ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਤੇ ਅਸੀਂ ਹਫਤਾਵਾਰੀ ਆਪਣਾ ਸ਼ੋਅ ਪੰਜਾਬ ਟੂਡੇ ਲੈ ਕੇ ਹੋ ਗਏ ਹਾਜ਼ਰ। ਤੁਸੀਂ ਜਾਣਦੇ ਹੋ ਕਿ ਹਰ ਹਫਤੇ ਸਾਡੇ ਨਾਲ ਪ੍ਰਸਿੱਧ ਕਾਲਮਨਵੀਸ ਨੇ ਚੰਡੀਗੜ੍ਹ ਤੋਂ ਗੱਜਣ ਵਾਲਾ ਸੁਖਮੰਦਰ ਹੁਣੀ ਉਹ ਸ਼ਾਮਲ ਹੁੰਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਤੇ ਇਸ ਹਫਤੇ ਦੇ ਜਿਹੜਾ ਬੀਤਾ ਹਫਤਾ ਪੰਜਾਬ ਵਿੱਚ ਕੀ ਹੋਇਆ, ਮੁੱਖ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ। ਵੈਸੇ ਇਕੱਲੀਆਂ ਪੰਜਾਬ ਦੀਆਂ ਘਟਨਾਵਾਂ ਹੀ ਨਹੀਂ, ਭਾਵੇਂ ਨਾ ਸਾਡਾ ਪੰਜਾਬ ਟੂਡੇ ਹੈ, ਪਰ ਭਾਰਤ ਵਿੱਚ ਕੀ ਹੋ ਰਿਹਾ, ਆਲੇ ਦੁਆਲੇ ਸਾਡੇ ਕੀ ਹੋ ਰਿਹਾ, ਨਾਲ ਲੱਗਦੇ ਮੁਲਕਾਂ 'ਚ ਕੀ ਹੋ ਰਿਹਾ, ਸਾਰੀਆਂ ਖਬਰਾਂ ਤੇ ਜਿਹੜੀ ਆ ਉਹ ਨਜ਼ਰ ਰੱਖਦੇ ਨੇ ਗੱਜਣਵਾਲਾ ਹੁਣੀ। ਉਹਨਾਂ ਕੋਲੋਂ ਅਸੀਂ ਜਾਣਾਂਗੇ ਅੱਜ ਕਿ ਪਿਛਲਾ ਇੱਕ ਹਫਤਾ ਕਿਵੇਂ ਬੀਤਿਆ, ਕਿਹੜੀਆਂ ਵੱਡੀਆਂ ਖਬਰਾਂ ਜਿਹੜੀਆਂ ਨੇ ਉਹਨਾਂ ਨੇ ਸਾਡਾ ਧਿਆਨ ਖਿੱਚਿਆ ਸੀਗਾ। ਸਭ ਤੋਂ ਪਹਿਲਾਂ ਤਾਂ ਗੱਜਣਵਾਲਾ ਜੀ ਤੁਹਾਡਾ ਸਵਾਗਤ ਜੀ ਆਇਆਂ ਨੂੰ। ਗਿੱਲ ਸਾਹਿਬ ਸਤਿ ਸ੍ਰੀ ਅਕਾਲ, ਆਪਣੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਗੱਜਣਵਾਲਾ ਜੀ, ਪਿਛਲਾ ਹਫਤਾ ਲੰਘਿਆ ਜੀ, ਆਪਾਂ ਪਿਛਲੇ ਸੈਚਰਡੇ ਕੁਝ ਗੱਲਾਂ ਕੀਤੀਆਂ ਸੀ ਤੇ ਉਸ ਤੋਂ ਬਾਅਦ ਅੱਜ 7ਵਾਂ ਦਿਨ ਫੇਰ ਹੋ ਗਿਆ। ਸਾਡੇ ਆਲੇ ਦੁਆਲੇ ਘਟਨਾਵਾਂ ਦਾ ਚੱਕਰਵਿਊਹ ਜਿਹੜਾ ਬਹੁਤ ਤੇਜ਼ੀ ਨਾਲ ਚੱਲਦਾ ਹੈ ਔਰ ਹਰ ਰੋਜ਼ ਇੱਕ ਖਬਰ ਦੀ ਅਜੇ ਸ਼ਾਹੀ ਨਹੀਂ ਸੁੱਕਦੀ ਤੇ ਨਵੀਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪੰਜਾਬ ਬਾਰੇ ਆਪਾਂ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਕਰ ਰਹੀਆਂ ਨੇ। ਉਸ ਤੋਂ ਪਹਿਲਾਂ ਆਪਾਂ ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ ਕਿ ਜੋ ਕੁਝ ਅਫਗਾਨਿਸਤਾਨ ਨੂੰ ਲੈ ਕੇ ਦੁਨੀਆ ਦੇਖ ਰਹੀ ਆ, ਬਹੁਤ ਸਾਰੇ ਮੁਲਕ ਜਿਹੜੇ ਆ ਉਹ ਤਾਲਿਬਾਨ ਦੇ ਨਾਲ ਸੰਬੰਧਾਂ ਨੂੰ ਲੈ ਕੇ ਕੁਝ ਚਿੰਤਾਤੁਰ ਨੇ ਤੇ ਕੁਝ ਇੱਕ ਆਪਸ 'ਚ ਖਟਾਸ ਹੋ ਰਹੀ ਆ। ਨਾਟੋ ਫੋਰਸਸ ਜਿਨ੍ਹਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਅਮਰੀਕਾ ਦੇ ਕਹਿਣ ਦੇ ਉੱਤੇ, ਯੂਰਪੀਅਨ ਯੂਨੀਅਨ ਦੇ ਕੰਟਰੀ ਜਿੰਨੇ ਨੇ ਉਹ ਸਾਰੇ ਹੀ ਕਿਤੇ ਨਾ ਕਿਤੇ ਜੋ ਬਾਈਡਨ ਨਾਲ ਨਾਰਾਜ਼ ਚੱਲ ਰਹੇ ਨੇ ਕਿ ਤੁਸੀਂ ਐਨ ਮੌਕੇ ਦੇ ਉੱਤੇ ਗਲਤ ਡਿਸੀਜਨ ਲੈ ਕੇ ਜਿਹੜੀ ਪਿਛਲੇ 20 ਸਾਲਾਂ ਦੀ ਕਾਰਜਕਾਰੀ ਸੀ ਉਹਦੇ ਤੇ ਪਾਣੀ ਫੇਰ ਦਿੱਤਾ ਹੈ। ਦੂਜੇ ਪਾਸੇ ਤਾਲਿਬਾਨ ਨੂੰ ਲੈ ਕੇ ਮੁਲਕਾਂ ਦੀ ਜਿਹੜੀ ਆ ਉਹ ਰਾਏ ਵੰਡੀ ਹੋਈ ਆ ਕਿ ਉਹਨਾਂ ਨੂੰ ਕੀ ਜੇ ਉਹ ਰਾਜ ਭਾਗ 'ਚ ਆ ਹੀ ਗਏ ਆ ਤੇ ਉਹਨਾਂ ਨਾਲ ਸੰਬੰਧ ਸਖਾਵੇਂ ਬਣਾਏ ਜਾਣ ਜਾਂ ਨਾ ਬਣਾਏ ਜਾਣ। ਤੇ ਭਾਰਤ ਦੇ ਸੰਦਰਭ ਵਿੱਚ ਵੀ ਇਹ ਕਿਹਾ ਜਾਂਦਾ ਸੀਗਾ ਕਿ ਭਾਰਤ ਅਜੇ ਪਿਛਲੇ ਹਫ਼ਤੇ ਹੀ 30 ਤਰੀਕ ਨੂੰ ਯੂਐਨ ਦੀ ਸਿਕਿਉਰਿਟੀ ਕੌਂਸਲ ਦੀ ਪ੍ਰਧਾਨਗੀ ਸੀ 1 ਮਹੀਨੇ ਲਈ ਭਾਰਤ ਕੋਲ, ਤੇ ਜਾਂਦੇ ਅਖੀਰਲੇ ਦਿਨ ਭਾਰਤ ਨੇ ਮਤਾ ਪਾਸ ਕਰਾਇਆ ਸੀਗਾ ਕਿ ਤਾਲਿਬਾਨ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਹੈ ਤੇ ਉਹਨਾਂ ਦਾ ਖਤਰਾ ਜਿਹੜਾ ਆ ਉਹ ਤੋਂ ਦੁਨੀਆ ਨੂੰ ਜਾਣੂ ਕਰਵਾਇਆ ਸੀਗਾ। ਪਰ ਦੂਜੇ ਪਾਸੇ ਭਾਰਤ ਦੀ ਦੋਹਾ ਵਿੱਚ ਪਹਿਲਾਂ ਤਾਂ ਲੁਕਵੇਂ ਰੂਪ ਵਿੱਚ ਪਰ ਹੁਣ ਓਪਨ ਦੇ ਵਿੱਚ ਤਾਲਿਬਾਨ ਨਾਲ ਗੱਲਬਾਤ ਚੱਲ ਰਹੀ ਆ, ਜਿਹੜੀਆਂ ਖਬਰਾਂ ਆ ਰਹੀਆਂ ਨੇ, ਜਿਹਦੀਆਂ ਪ੍ਰੈਸ ਨੋਟ ਵਗੈਰਾ ਸਾਡੇ ਵਿਦੇਸ਼ ਮੰਤਰਾਲੇ ਵੱਲੋਂ ਵੀ ਆ ਗਏ। ਤੁਸੀਂ ਇਹ ਸਾਰਾ ਕੁਝ ਜੋ ਕੁਝ ਹੋਇਆ ਬੀਤਿਆ ਤੇ ਜਿਸ ਤਰ੍ਹਾਂ ਦੀ ਹੋਣ ਦੀ ਸੰਭਾਵਨਾ ਆ, ਤਾਲਿਬਾਨ ਦੇ ਸੁਭਾਅ ਦੇ ਪੱਖੋਂ, ਉਹਨਾਂ ਦਾ ਜਿਹੜਾ ਹਥਿਆਰਾਂ ਵਾਲਾ ਕਲਚਰ ਹੈ ਉਹਦੇ ਪੱਖੋਂ ਤੇ ਇੱਕ ਦੇਸ਼ ਨੂੰ ਚਲਾਉਣ ਦੇ ਪੱਖੋਂ, ਤੁਸੀਂ ਸਾਰੇ ਸਿਨੈਰੀਓ ਨੂੰ ਕਿੱਦਾਂ ਵੇਖ ਰਹੇ ਹੋ? ਤੁਸੀਂ ਆਪਣੀ ਗੱਲ ਪੂਰੀ ਕਰ ਲਓ ਉਹਦੇ ਵਿੱਚ। ਗਿੱਲ ਸਾਹਿਬ, ਬਹੁਤ ਵੱਡੀ ਘਟਨਾ ਵਾਪਰ ਚੁੱਕੀ ਹੈ ਔਰ ਜਿਹੜਾ ਆਪਣਾ ਸਾਊਥ ਏਸ਼ੀਆ ਹੈ ਇਹਦੇ ਵਿੱਚ, ਇਸ ਖਿੱਤੇ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੋ ਚੁੱਕੀ ਹੈ। ਪਿਛਲੇ ਹਫਤੇ ਨਹੀਂ 2-4 ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਸਪੀਚ ਆਈ ਸੀ ਕਿ ਕੋਈ ਉਹ ਵਿਕਟਰੀ ਸਪੀਚ ਨਹੀਂ ਸੀ, ਆਫਟਰ ਡਿਫੀਟ ਉਹਨਾਂ ਦੀ ਸਪੀਚ ਆਈ ਹੈ ਤੇ ਉਹਦੇ ਉੱਤੇ ਜੋ ਬਾਈਡਨ ਨੇ ਕਿਹਾ ਉਹ ਗੱਲਾਂ ਨੋਟ ਕਰਨ ਵਾਲੀਆਂ ਔਰ ਹੈਰਾਨਜਨਕ ਹੈ। ਪਹਿਲੀ ਗੱਲ ਉਹਨਾਂ ਨੇ ਕਹੀ ਹੈ ਵੀ ਇਨ ਫਿਊਚਰ USA ਦੀ ਫੌਜ ਦਾ ਕੋਈ ਵੀ ਫੌਜੀ, ਕੋਈ ਵੀ ਸਿਪਾਹੀ ਦੂਜੇ ਦੇਸ਼ ਵਿੱਚ ਲੜਾਈ ਨਹੀਂ ਲੜੇਗਾ, ਅਸੀਂ ਦੂਜੇ ਦੇਸ਼ 'ਚ ਲੜਨ ਨਹੀਂ ਭੇਜਾਂਗੇ। ਫਿਰ ਉਹਨੇ ਕਿਹਾ ਵੀ ਹੁਣ ਸਾਡਾ ਮੁਕਾਬਲਾ ਜਾਂ ਸਾਡਾ ਵਿਰੋਧ ਹੈ ਉਹ ਰਸ਼ੀਆ ਤੇ ਚਾਈਨਾ ਨਾਲ ਹੋਵੇਗਾ। ਉਹ ਕਹਿੰਦਾ ਵੀ ਸਾਨੂੰ ਹੁਣ ਸਭ ਤੋਂ ਵੱਧ ਖਤਰਾ ਜਿਹੜਾ ਹੈਗਾ ਸਾਈਬਰ ਕ੍ਰਾਈਮ ਤੋਂ ਹੈ, ਹੋਰ ਕਾਹੇ ਤੋਂ ਨਹੀਂ। ਜਿਹੜੀ ਪਹਿਲੀ ਵੱਡੀ ਇੱਕ ਧਾਰਨਾ ਸੀ ਨਾ ਵੀ ਇਸਲਾਮ ਬਹੁਤ ਵਰਲਡ ਨੂੰ ਖਰਾਬ ਕਰੇਗਾ, ਉਹ ਕਿਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਕਨਸੈਪਟ ਹੈ ਉਹ ਧਾਰਨਾ ਫਿੱਕੀ ਪੈ ਚੁੱਕੀ ਹੈ ਇਸ ਵੇਲੇ। $3 ਟ੍ਰਿਲੀਅਨ ਖਰਚ ਕਰਕੇ ਤੇ 20,700 ਫੌਜੀ ਜ਼ਖਮੀ ਕਰਵਾ ਕੇ 2,5-3 ਹਜ਼ਾਰ ਬੰਦੇ ਮਰਵਾ ਕੇ ਤੇ ਬਾਈਡਨ ਨੇ ਆਹ ਸਟੇਟਮੈਂਟਾਂ ਹੁਣ ਦਿੱਤੀਆਂ ਹੈਗੀਆਂ। ਵੇਖੋ ਇੰਨੀ ਉੱਥੇ ਫੈਲ ਗਈ ਗੱਲ ਵੀ ਜਿਹੜੇ ਉਹਨਾਂ ਦੇ ਰਿਟਾਇਰਡ ਫੌਜੀ ਆ ਨਾ, ਉੱਥੇ ਉਹਦੇ ਅੰਕੜੇ ਇਹ ਆ ਰਹੇ ਆ ਵੀ 18 ਬੰਦੇ ਰੋਜ਼ ਦੇ ਖੁਦਕੁਸ਼ੀ ਕਰ ਰਹੇ ਆ। ਤੋ ਹੈਰਾਨੀ ਦੀ ਗੱਲ ਆ। ਇਸ ਵਾਸਤੇ ਉਹਨਾਂ ਨੂੰ ਬਹੁਤ ਵੱਡਾ ਬਿਗ ਸਟੈਪ ਲੈਣਾ ਪੈ ਗਿਆ ਵੀ ਅੱਗੇ ਤੋਂ ਅਸੀਂ ਕੋਈ ਵੀ ਆਪਦਾ ਫੌਜੀ ਦੂਜੇ ਦੇਸ਼ 'ਚ ਲੜਨ ਲਈ ਨਹੀਂ ਭੇਜਾਂਗੇ।
ਜਿਵੇਂ ਪਾਕਿਸਤਾਨ ਨੇ ਕਿਹਾ ਵੀ ਹੁਣ ਅਸੀਂ ਆਪਦੇ ਦੇਸ਼ ਨੂੰ ਨਹੀਂ ਵਰਤਾਂਗੇ, ਦੂਜੇ ਦੇ ਦੇਸ਼ 'ਚ ਲੜਨ ਲਈ ਆਪਦੀ ਫੌਜ ਨੂੰ ਨਹੀਂ ਲਾਵਾਂਗੇ। ਅੱਜ ਬਾਈਡਨ ਵੀ ਇਹੀ ਗੱਲ ਕਹਿ ਰਿਹਾ ਹੈਗਾ। ਬਾਕੀ USA ਜਿਹੜਾ ਉਹਦਾ ਨੈਰੇਟਿਵ ਸੀਗਾ ਵਰਲਡ ਦੇ ਵਿੱਚ ਸੁਪਰ ਪਾਵਰ ਦਾ, ਵੀ ਅਸੀਂ ਡੈਮੋਕ੍ਰੇਸੀ ਬਹਾਲ ਕਰਨੀ ਆ ਜਿੱਥੇ ਨਹੀਂ ਡੈਮੋਕ੍ਰੇਸੀ, ਅੱਜ ਉਹ ਕਹਿੰਦਾ ਜਿਹੜਾ ਉਹਦਾ ਦਾਅਵਾ ਸੀ ਵੀ ਅਸੀਂ ਡੈਮੋਕ੍ਰੇਸੀ ਉੱਥੇ ਲਿਆਉਣੀ ਸੀ ਅਫਗਾਨਿਸਤਾਨ 'ਚ, ਉਹ ਵੀ ਉਹਨੇ ਵਾਪਸ ਲੈ ਲਿਆ। ਜਦੋਂ ਉਹਨਾਂ ਨੇ ਸਾਰਾ ਆਪਦਾ ਡੈਮੋਕ੍ਰੇਸੀ ਵਾਲਾ ਜਿਹੜਾ ਸੀ ਨੈਰੇਟਿਵ, ਉਹਨਾਂ ਨੇ ਆਪਦਾ ਦਾਅਵਾ ਜਿਹੜਾ ਸੀਗਾ ਉਹਨਾਂ ਦਾ ਖਤਮ ਹੋ ਚੁੱਕਿਆ ਹੈ। ਵੱਡੀ ਗੱਲ ਇਹੀ ਹੈ ਵੀ ਜਿਹੜਾ ਇਸਲਾਮਿਕ ਬੰਬ ਕਹਿੰਦੇ ਸੀ, ਜਿਹੜੇ 57 ਦੇਸ਼ ਆ ਮੁਸਲਮਾਨਾਂ ਦੇ ਇਸਲਾਮ ਦੇ, ਜਿਹੜਾ ਉਹਨਾਂ ਨੂੰ ਕਹਿੰਦੇ ਸੀ, ਉਹ ਹੁਣ ਇਸ ਵੇਲੇ ਲੱਗਦਾ ਸਾਰਾ ਜਿਹੜਾ ਉਹ ਨੈਰੇਟਿਵ ਬੈਕਫੁੱਟ ਤੇ ਚਲਾ ਗਿਆ ਹੈਗਾ ਜੀ। ਇਸ ਤੋਂ ਇਲਾਵਾ ਇਹ ਹੈ ਵੀ ਹੁਣ ਤਾਂ ਜਿਹੜਾ UK ਹੈ ਜਾਂ ਯੂਰਪਨ ਕੰਟਰੀ ਹੈ, ਉਹਨਾਂ ਨੇ ਵੀ ਇਹ ਸੋਚਣਾ ਸ਼ੁਰੂ ਕਰਤਾ, ਉਹਨਾਂ ਨੇ ਇਹ ਵੀ ਸਟੇਟਮੈਂਟਾਂ ਦੇਣਾ ਸ਼ੁਰੂ ਕਰਤੀਆਂ ਵੀ ਅਸੀਂ, ਉਹਨਾਂ ਦੇ ਡਿਫੈਂਸ ਮਿਨਿਸਟਰ ਦੀ ਅੱਜ ਹੀ ਸਟੇਟਮੈਂਟ ਆਈ ਹੈ, ਅਖਬਾਰਾਂ ਦੇ ਵਿੱਚ ਆ ਚੁੱਕੀ ਹੈ। ਉਹ ਕਹਿੰਦੇ ਵੀ ਅਸੀਂ ਹੁਣ USA ਕੋਈ ਨੋ ਸੁਪਰ ਪਾਵਰ ਇਸ ਵੇਲੇ ਹੈ ਨਹੀਂ ਗੀ, ਅਸੀਂ ਆਪਦਾ ਡਿਫੈਂਸ ਦਾ ਅਸੀਂ ਉਹ ਜੰਗ ਹਾਰ ਚੁੱਕਾ, ਹੁਣ ਸਾਨੂੰ ਆਪ ਸੋਚਣਾ ਚਾਹੀਦਾ ਵੀ ਨੈਟੋ ਵਗੈਰਾ ਤੋਂ ਅਸੀਂ ਕੀ ਲੈਣਾ, ਅਸੀਂ ਆਪਦਾ ਹੀ ਇੱਕ ਬਣਾਈਏ ਜਿਹਦੇ ਨਾਲ ਅਸੀਂ ਆਪ ਦੀ ਸੁਰੱਖਿਆ ਕਰ ਸਕੀਏ। ਉਹਨਾਂ ਨੇ ਇਹ ਵੀ ਕਿਹਾ ਵੀ ਸਾਨੂੰ ਚੀਨ ਨਾਲ, ਰੂਸ ਨਾਲ ਸੰਬੰਧ ਸੁਧਾਰਨੇ ਬਹੁਤ ਜ਼ਰੂਰੀ ਹੋ ਗਏ ਹੈ। ਇਹ ਮਤਲਬ ਇੰਨੀ ਵੱਡੀ ਤਬਦੀਲੀ ਆ ਗਈ ਇਹਦੇ ਵਿੱਚ, ਇਸ ਖਿੱਤੇ ਦੇ ਵਿੱਚ, ਇਸ ਖਿੱਤੇ 'ਚ ਆ ਜਾਣੀ ਹੁਣ ਆਉਣ ਵਾਲਾ ਵੇਖੀ ਚਲੋ ਹੁਣ ਕਿਸ ਤਰ੍ਹਾਂ ਦਾ ਹਿਸਾਬ ਕਿਤਾਬ ਬਣਦਾ ਹੈ। ਤੇ ਇੰਡੀਆ ਦਾ ਤਾਂ ਵੇਖੋ ਇਹ ਤਾਂ ਇਨਵੈਸਟਮੈਂਟ ਹੀ ਬਹੁਤ ਜ਼ਿਆਦਾ ਸੀਗੀ, ਲਗਭਗ $3 ਅਰਬ ਦੀ ਦੱਸਦੇ ਆ। ਉੱਥੇ ਫੈਕਟਰੀਆਂ, ਡੈਮ ਬਣਾਏ ਇਹਨਾਂ ਨੇ। ਪਹਿਲਾਂ ਸਾਰੀ ਤੁਸੀਂ ਵੀ ਕਹਿੰਦੇ ਸੀਗੇ, ਸਾਰੇ ਕਹਿੰਦੇ ਸੀ ਜੀ ਇਹ ਤਾਲਬਨ ਹੈ, ਇਹ ਹੈ। ਹੁਣ ਇੰਡੀਆ ਵੀ ਆਪਦਾ ਥੋੜ੍ਹਾ ਜਿਹਾ ਇੱਧਰ ਨੂੰ ਰੁੱਖ ਕਰ ਰਿਹਾ ਹੈਗਾ ਬਈ, ਉਹ ਵੀ ਕਹਿ ਰਹੇ ਆਓ ਸਾਡੇ ਲਾਓ, ਜਿਹੜੀ ਤੁਹਾਡੀ ਇਨਵੈਸਟਮੈਂਟ ਕੀਤੀ ਕੰਮ ਕਰੋ। ਇੱਕ ਜਿਹੜਾ ਖਤਰਾ ਦੁਨੀਆ ਨੂੰ ਲੱਗ ਰਿਹਾ ਹੈ, ਤੁਸੀਂ ਇਹਨੂੰ ਹੋਰ ਨਜ਼ਰ ਨਾਲ ਦੇਖਦੇ ਹੋ ਜਿਸ ਤਰੀਕੇ ਨਾਲ ਵੀ, ਚਾਈਨਾ ਨੇ ਕਿਹਾ ਆ ਕਿ ਇਸ ਵੇਲੇ ਤਾਲਿਬਾਨ ਨੂੰ ਦੁਨੀਆ ਦੇ ਕ੍ਰਿਟਿਸਿਜ਼ਮ ਦੀ ਨਹੀਂ ਸਗੋਂ ਮਦਦ ਦੀ ਲੋੜ ਹੈ ਤਾਂ ਕਿ ਉਹ ਸਟੇਬਲ ਹੋ ਕੇ ਆਪਣੇ ਮੁਲਕ ਨੂੰ ਚਲਾ ਸਕਣ। ਤੇ ਉਹਨਾਂ ਨੇ ਖੁਦ ਕਿਹਾ ਹੈ ਕਿ ਇੱਕ ਜਿਸ ਤਰ੍ਹਾਂ ਦਾ CPEC ਬਣਾਇਆ ਪਾਕਿਸਤਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਇੱਕ ਬਹੁਤ ਪੁਰਾਣਾ ਰੂਟ ਹੁੰਦਾ ਸੀ ਵਪਾਰ ਦਾ, ਜਿਹੜਾ ਗਿਲਗਿਟ ਬਾਲਟਿਸਤਾਨ ਦੇ ਵਿੱਚੋਂ ਦੀ ਲੰਘਦਾ ਹੋਇਆ ਚਾਈਨਾ ਜਾਂਦਾ ਸੀ, ਉਹਨੂੰ ਰਿਵਾਈਵ ਕਰਨ ਦਾ ਉਹਨਾਂ ਵਾਅਦਾ ਕੀਤਾ। ਯਾਨੀ ਕਿ ਦੁਨੀਆ ਭਰ 'ਚ ਚਾਈਨਾ ਆਪਣੇ ਵਪਾਰਕ ਜਾਲ ਜਿਹੜੇ ਫੈਲਾ ਰਿਹਾ ਤੇ ਨਾਲ ਦੀ ਨਾਲ ਸੜਕਾਂ ਦੇ ਜਾਲ ਫੈਲਾ ਰਿਹਾ। ਜਿਹੜੀਆਂ ਭਾਰਤ ਵਿੱਚ ਬਣ ਰਹੀਆਂ ਵੱਡੀਆਂ ਵੱਡੀਆਂ ਸੜਕਾਂ ਨੇ, ਇਹਨੂੰ ਵੀ ਕਾਰਪੋਰੇਟ ਨਾਲ ਭਵਿੱਖ ਦੀ ਨੀਤੀ ਦੇ ਅਨੁਸਾਰ ਵੇਖਿਆ ਜਾ ਰਿਹਾ। ਬਹੁਤ ਸਾਰੇ ਜਰਨਲਿਸਟ ਤੁਹਾਡੇ ਵਰਗੇ ਇਹ ਵੀ ਸੋਚ ਰਹੇ ਆ ਕਿ ਮਿਡਲ ਈਸਟ ਵਿੱਚ ਜਿਹੜਾ ਯੁੱਗ ਸੀਗਾ, ਇੱਕ ਯੁੱਗ ਖਤਮ ਹੋ ਗਿਆ ਤੇਲ ਵਾਲਾ, ਊਰਜਾ ਦੇ ਸਰੋਤ ਬਦਲ ਰਹੇ ਆ। ਆਉਣ ਵਾਲੇ 20 ਸਾਲਾਂ ਬਾਅਦ ਮਿਡਲ ਈਸਟ ਦੇ ਸ਼ੇਖਾਂ ਦੀ ਉਹ ਹਾਲਤ ਨਹੀਂ ਰਹਿਣੀ ਜਿਹੜੀ ਅੱਜ ਅਸੀਂ ਵੇਖ ਰਹੇ ਹਾਂ, ਕਿਉਂਕਿ ਪੈਟਰੋਲ ਦੀ ਦੁਨੀਆ ਨੂੰ, ਡੀਜ਼ਲ ਦੀ ਇੰਨੀ ਜ਼ਰੂਰਤ ਨਹੀਂ ਰਹਿਣੀ। ਉਹਦੇ ਲਈ ਬਦਲਵੇਂ ਪ੍ਰਬੰਧ ਹੋ ਰਹੇ ਆ, ਬੜੀ ਤੇਜ਼ੀ ਨਾਲ ਉੱਤੇ ਕੰਮ ਕੀਤਾ ਜਾ ਰਿਹਾ ਸਾਇੰਟਿਸਟ ਵੱਲੋਂ। ਤੇ ਉਹਨਾਂ ਲੋਕਾਂ ਨੇ ਜਿਹੜੇ ਉੱਥੇ ਰਹਿੰਦੇ ਨੇ, ਉਹਨਾਂ ਦੀਆਂ ਬਾਕੀ ਲੋੜਾਂ ਦੀ ਪੂਰਤੀ ਲਈ, ਖਾਸ ਕਰਕੇ ਉਹਨਾਂ ਲਈ ਖਾਦ ਖੁਰਾਕ ਜਿਹੜੀ ਆ, ਖਾਣ ਪੀਣ ਦਾ ਸਾਜੋ ਸਮਾਨ, ਜਿਹਦੇ ਵਿੱਚ ਐਗਰੀਕਲਚਰ ਪ੍ਰੋਡਿਊਸ ਦੀ ਮੈਂ ਗੱਲ ਕਰ ਰਿਹਾ, ਉਹ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਆ। ਤੇ ਉਹਦੇ ਲਈ ਕਾਰਪੋਰੇਟ ਦੀ ਨਿਗਾਹ ਇਸ ਵੇਲੇ ਜਿਹੜਾ ਐਗਰੀਕਲਚਰ ਲੈਂਡ ਆ, ਜਿੱਥੇ ਫਰਟਾਈਲ ਲੈਂਡ ਆ, ਜਿਹੜਾ ਪ੍ਰੋਡਿਊਸ ਪੈਦਾ ਕਰ ਸਕਦੀ ਆ, ਉਹਦੇ ਤੇ ਟਿਕੀ ਹੋਈ ਆ, ਜਿਹਦੇ ਵਿੱਚੋਂ ਇਸ ਵੇਲੇ ਭਾਰਤ ਦੀ ਸਮੱਸਿਆ ਵੀ ਆਪਾਂ ਨੂੰ ਨਜ਼ਰ ਆ ਰਹੀ ਆ। ਤੁਸੀਂ ਜਿਹੜਾ ਤੰਦੂਆ ਜਾ ਰਿਹਾ ਕਾਰਪੋਰੇਟ ਦਾ ਤੇ ਚਾਈਨਾ ਦਾ, ਭਾਵੇਂ ਚਾਈਨਾ ਜੋ ਮਰਜ਼ੀ ਕਵੇ ਕਮਿਊਨਿਸਟ ਕੰਟਰੀ ਹੈ ਜਾਂ ਕੁਝ ਹੈ, ਉਹਦਾ ਵਪਾਰ ਕਰਨ ਦਾ ਆਪਣਾ ਇੱਕ ਢੰਗ ਹੈ ਕਿ ਉਹ ਇੱਕ ਦਿਨ ਦਾ ਪੈਰਲਲ ਕਾਰਪੋਰੇਟ ਹੈ ਜਿਹੜਾ ਦੁਨੀਆ ਨੂੰ ਡਰਾ ਰਿਹਾ ਇਸ ਵੇਲੇ। ਤੇ ਇਸ ਚੀਜ਼ ਨੂੰ ਲੈ ਕੇ ਭਾਰਤ ਕਿੰਨਾ ਕੁ ਚਿੰਤਾ ਤਾਂ ਰਿਹਾ, ਜਾਂ ਭਾਰਤ ਇਸ ਜੋਗੀ ਬਣ ਜਾਏਗਾ ਅਗਲੇ ਸਮੇਂ ਜਾ ਕੇ? ਵੇਖੋ ਭਾਰਤ ਦਾ ਤਾਂ ਹੈ ਹੀ ਆ ਵੀ ਇੱਧਰ ਦੀ ਇੱਕ ਰੂਟ ਜਿਹੜਾ ਸਿਲਕ ਰੂਟ ਕਹਿੰਦੇ ਆ ਜਾਂ CPEC ਹੈ, ਵੀ ਇਹ ਵੀ ਹਿੱਸੇਦਾਰੀ ਤਾਂ ਚਾਹੁੰਦਾ ਹੀ ਆ ਨਾ। ਮਤਲਬ ਪਹਿਲਾਂ ਤਾਂ ਪੂਰਾ ਹੀ ਇਹਨਾਂ ਦਾ ਸੀਗਾ ਨਾ, ਵੀ ਹੁਣ ਤਾਂ ਉਹ ਤਾਲਿਬਾਨ ਆ ਗਿਆ, ਹੁਣ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਵੇਗਾ। ਵੇਖੋ ਜਿਹੜਾ ਖਟੜਾ ਰੋਡ ਬਣ ਰਹੀ ਆ ਸਿੱਧੀ ਦਿੱਲੀ ਤੋਂ ਬਾਹਰ ਦੀ ਬਾਹਰ, ਉਹ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ, ਉਹ ਇਸੇ ਵਪਾਰ ਦਾ, ਇਸੇ ਟ੍ਰੇਡ ਦਾ ਹਿੱਸਾ ਹੀ ਆ ਜੀ। ਉਹ ਜਿਹੜੀਆਂ ਸੜਕਾਂ ਬਣ ਰਹੀਆਂ, ਉਹ ਹੁਣ ਪੰਜਾਬ ਦੇ ਵਿੱਚ ਪੰਜਾਬ ਨੂੰ ਡਰਾਈ
ਡਰਾਈ ਕੀ ਕਹਿੰਦੇ ਹੁੰਦੇ ਆਪਾਂ, ਬੰਦਰਗਾਹ ਬਣ ਜਾਏਗੀ, ਇਹਨੂੰ ਬੰਦਰਗਾਹ ਬਣਾਉਣ ਦਾ ਇਰਾਦੇ ਨਾਲ ਹੀ ਹੋ ਰਿਹਾ ਨਾ ਸਾਰਾ ਕੁਝ। ਉਹ ਤਾਂ ਪਾਰਟੀ ਆ। ਹੁਣ ਇਹ ਵੇਖੋ ਕਿਸ ਤਰ੍ਹਾਂ ਹੁਣ ਜਿਹੜੇ ਉੱਥੇ ਅਫਗਾਨਿਸਤਾਨ ਦੀ ਜਿਹੜੀ ਰੂਪਰੇਖਾ ਬਦਲ ਗਈ ਹੈ, ਤੇ ਇਹਦੇ ਉੱਤੇ ਕੀ ਨਵਾਂ ਕੀ ਵਿਚਾਰਧਾਰਾ ਹੁੰਦੀ ਹੈ, ਇਹ ਦੇਖਿਆ ਜਾਏਗਾ। ਇੰਡੀਆ ਦੇਖੇਗਾ ਹੀ। ਜਾਨੀ ਕਿ ਤੁਸੀਂ ਸਮਝਦੇ ਹੋ ਕਿ ਆਉਣ ਵਾਲੇ ਸਮੇਂ 'ਚ ਭਾਰਤ ਵੀ ਆਪਣੇ ਆਰਥਿਕ ਹਿੱਤਾਂ ਨੂੰ ਸਾਹਮਣੇ ਰੱਖ ਕੇ ਹੀ ਕੋਈ ਪੋਲੀਟੀਕਲ ਜਿਹੜੇ ਫੈਸਲੇ ਉਹ ਲਏਗਾ। ਬਿਲਕੁਲ। ਜੇ ਇੱਧਰ ਸਾਊਥ ਏਸ਼ੀਆ ਦਾ ਸਾਰਾ ਹੀ ਇੱਥੇ ਸੀਪੈਕ ਤੇ ਸਾਰਾ ਟ੍ਰੇਡ ਯੂਰਪ ਨਾਲ ਹੋ ਰਿਹਾ, ਤਾਂ ਫਿਰ ਇੰਡੀਆ ਪਾਸੇ ਕਿਵੇਂ ਰਹਿ ਸਕਦਾ? ਓਕੇ, ਅੱਛਾ ਹੁਣ ਆਪਾਂ ਕਰੀਏ ਜੇਕਰ ਵਾਕਈ ਜਿਹੜੀ ਤੁਸੀਂ ਵੀ ਦਲੀਲ ਨਾਲ ਸਹਿਮਤ ਹੋ ਕਿ ਜਿਹੜੇ ਪੰਜਾਬ ਵਿੱਚ ਬਣ ਰਹੇ ਹਾਈਵੇ ਆ ਸਾਰੇ ਭਾਰਤ ਨੂੰ ਭਾਰਤ ਮਾਲਾ ਨਾਲ ਜੋੜ ਕੇ ਇੱਕ ਤਰ੍ਹਾਂ ਦੇ ਰੂਟ ਪਲਾਨ ਈਜ਼ੀ ਕੀਤੇ ਜਾ ਰਹੇ ਆ। ਪਹਿਲਾਂ ਕਦੀ ਸੁਣਦੇ ਹੁੰਦੇ ਸੀ ਕਿ ਬਾਰਡਰ ਦੇ ਨੇੜੇ ਇਨਫਰਾਸਟ੍ਰਕਚਰ ਡਿਵੈਲਪ ਹੋਣਾ ਹੈ। ਚਾਈਨਾ ਦੇ ਬਾਰਡਰ ਦੇ ਉੱਤੇ ਭਾਰਤ ਦਾ ਜ਼ੋਰ ਲੱਗਾ ਹੋਇਆ ਸੀਗਾ ਕਿ ਉੱਥੇ ਸਾਡੀਆਂ ਕਾਨਵਾਈ ਪਹੁੰਚ ਸਕਣ। ਪਾਕਿਸਤਾਨ ਨਾਲ ਲੱਗਵੇਂ ਬਾਰਡਰ ਦੇ ਉੱਤੇ ਵੀ ਜਿਹੜਾ ਇਨਫਰਾਸਟ੍ਰਕਚਰ ਬਣਾਉਣ ਦੀ ਗੱਲਾਂ ਹੁੰਦੀਆਂ ਸੀ, ਭਾਵੇਂ ਬਣਿਆ ਕਿੰਨਾ ਕੁ ਆਪਾਂ ਜਾਣਦੇ ਹਾਂ। ਪਰ ਹੁਣ ਜਿਹੜਾ ਇਹ ਇਨਫਰਾਸਟ੍ਰਕਚਰ ਆ ਇਹ ਐਗਰੀਕਲਚਰ ਪ੍ਰੋਡਿਊਸ ਨੂੰ ਢੁਆਈ ਲਈ ਜਿਹੜਾ ਹੋ ਰਿਹਾ ਵਾ। ਤੇ ਜਿਹੜਾ ਯੁੱਧ ਹੈ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਕਿਸਾਨ ਅੰਦੋਲਨ ਦਾ ਯੁੱਧ ਆ ਹੁਣ ਇਹ ਭਾਰਤੀ ਨਿੱਕੇ ਨਹੀਂ ਦੋ ਕੱਦ ਨੇ, ਪਰ ਫਿਰ ਵੀ ਉਹ ਦੁਨੀਆ ਦੇ ਕਾਰਪੋਰੇਟ ਦੇ ਮੁਕਾਬਲੇ ਉਹਨਾਂ ਦਾ ਕੱਦ ਏਡਾ ਵੱਡਾ ਨਹੀਂ ਆ। ਲੜਾਈ ਹੁਣ ਅਡਾਨੀ ਅੰਬਾਨੀ ਜਾਂ ਬਿਰਲਿਆਂ ਟਾਟਿਆਂ ਤੋਂ ਲੰਘ ਕੇ ਸਰਕਾਰ ਦੇ ਥਰੂ ਹੁੰਦੀ ਹੋਈ ਸਟੇਟ ਦੇ ਨਾਲ ਕਹਿ ਕੇ ਇੰਟਰਨੈਸ਼ਨਲ ਕਾਰਪੋਰੇਟ ਦੇ ਨਾਲ ਲੜਾਈ ਜਿਹੜੀ ਆ ਉਹਦਾ ਆਗਾਜ਼ ਕੀਤਾ ਪੰਜਾਬ ਦੇ ਕਿਸਾਨਾਂ ਨੇ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ? ਦੁਨੀਆ ਇਸ ਗੱਲ ਨੂੰ ਵੇਖ ਰਹੀ ਆ। ਫਰਾਂਸ ਵਿੱਚ ਟਰੈਕਟਰ ਰੈਲੀਆਂ ਹੋ ਰਹੀਆਂ ਨੇ। ਹੋਰ ਮੁਲਕ ਦੇ ਜਿਹੜੇ ਵੱਡੇ ਆਰਥਿਕ ਮਾਹਰ ਨੇ ਉਹ ਆਪੋ ਆਪਣੇ ਢੰਗ ਨਾਲ ਇਸ ਅੰਦੋਲਨ ਦਾ ਇਹਨੂੰ ਐਨਾਲਾਈਜ਼ ਕਰ ਰਹੇ ਨੇ। ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਅੰਦੋਲਨ ਦੁਨੀਆ ਨੂੰ ਇੱਕ ਨਵੀਂ ਜਿਹੜੀ ਰੋਸ਼ਨੀ ਆ ਉਹ ਦੇਗਾ ਕਿ ਕਾਰਪੋਰੇਟ ਜਿਹੜਾ ਆ ਉਹ ਕਿਹੜੇ ਢੰਗਾਂ ਨਾਲ ਇਹੋ ਜਿਹੇ ਪਚੀਦਾ ਉਹਨਾਂ ਦੇ ਸਿਸਟਮ ਨੇ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਲੁੱਟ ਹੋ ਰਹੀ ਆ। ਅਸੀਂ ਮਾੜੀਆਂ ਮੋਟੀਆਂ IT ਦੀਆਂ ਜੌਬਾਂ ਲੈ ਕੇ ਸਾਡੇ ਨਿਆਣੇ ਸਾਰੇ ਉਧਰ ਨੂੰ ਭੱਜ ਤੁਰੇ ਆ ਤੇ ਸਾਡਾ ਜਿਹੜਾ ਅਸਲੀ ਮੂਲ ਹੈ ਜੋ ਅਸੀਂ ਹਾਂ ਉਹ ਸਾਡੇ ਕੋਲ ਕਿਤੇ ਨਾ ਕਿਤੇ ਖੋ ਰਿਹਾ ਸਾਰਾ ਕਾਰਪੋਰੇਟ ਨੇ। ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਗਿੱਲ ਸਾਹਿਬ, ਇਸ ਤਰ੍ਹਾਂ ਵੀ ਜਿਹੜਾ ਇਹ ਸੀਪੈਕ ਆ ਜਾਂ ਜੇ ਰੂਟ ਬਣ ਰਿਹਾ, ਟ੍ਰੇਡ ਰੂਟ ਬਣ ਰਿਹਾ ਹੈਗਾ, ਇਹ ਐ ਤਾਂ ਹੈ ਨਹੀਂ ਵੀ 2 ਸਾਲ ਹੋ ਜੂ 3 ਸਾਲ ਹੋ ਜੂ, ਇਹਨੂੰ 5 10 15 ਸਾਲ ਤਾਂ ਲੱਗ ਹੀ ਸਕਦੇ ਆ ਨਾ। ਅਲਟੀਮੇਟਲੀ ਸਾਨੂੰ ਵੀ ਝੋਨੇ ਦੇ ਵਿੱਚੋਂ ਵੀ ਨਿਕਲਣਾ ਪਊ, ਕਣਕਾਂ 'ਚੋਂ ਵੀ ਨਿਕਲਣਾ ਪਊਗਾ। ਜੇ ਇਹ ਪੰਜਾਬ ਦਾ ਖਿੱਤਾ ਡਰਾਈ ਬੰਦਰਗਾਹ ਬਣਦਾ ਹੈਗਾ, ਖੁਸ਼ਕ ਬੰਦਰਗਾਹ, ਤਾਂ ਫਿਰ ਇੱਥੇ ਸਾਰਾ ਇਹ ਚੀਜ਼ਾਂ ਵਰਤਣਗੀਆਂ ਹੀ, ਸਾਰਾ ਕੁਝ ਹੋਊਗਾ ਹੀ। ਮਤਲਬ ਫਿਰ ਸਰਕਾਰ, ਇਹ ਜ਼ਰੂਰੀ ਨਹੀਂ ਵੀ BJP ਕਰੂਗੀ, ਇਹ ਜ਼ਰੂਰੀ ਨਹੀਂ ਵੀ RSS ਕਰੂਗੀ। ਇੱਥੇ ਦੂਜੀਆਂ ਸਰਕਾਰਾਂ ਜੋ ਵੀ ਆਉਣਗੀਆਂ ਉਹਨਾਂ ਨੂੰ ਵੀ ਵਰਲਡ ਦੇ ਮੁਤਾਬਕ ਹੀ ਚੱਲਣਾ ਪਊਗਾ ਨਾ ਫਿਰ ਉਸ ਵਕਤ। ਪਰ ਜਿਹੜਾ ਹੈਗਾ ਅਡਾਨੀਆਂ ਬਾਨੀਆਂ ਵਾਲਾ ਚੱਕਰ ਚੱਲ ਰਿਹਾ, ਇਹ ਤਾਂ ਇੱਕ ਤਰ੍ਹਾਂ ਦਾ ਆਪਾਂ ਨੂੰ ਐਂ ਲੱਗ ਰਿਹਾ ਜਿਵੇਂ ਨਿੱਜੀ ਜਿਹਾ ਹੁੰਦਾ ਕਿਸੇ ਦਾ। ਇਹ ਤਾਂ ਪਰਸਨਲ ਜੀ ਗੱਲ ਲੱਗਦੀ ਆ। ਇਹ ਤਾਂ ਸਪਸ਼ਟ ਜੀ ਲੱਗਦੀ ਨਾ ਵੀ ਇਹ ਧੋਖਾ ਜਿਹਾ ਹੋ ਰਿਹਾ ਕਿਸਾਨਾਂ ਦੇ ਨਾਲ। ਬਿਲਕੁਲ ਜੀ, ਜਿਹੜੇ ਅਸਲ 'ਚ ਹੋ ਤੇ ਗਜਨਾਲਾ ਜੀ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਤੇ ਸਾਰਾ ਕੁਝ WTO ਦੇ ਸਿਧਾਂਤ ਦੇ ਅਨੁਸਾਰ ਹੀ ਹੋ ਰਿਹਾ। ਜਿਹੜਾ ਰੌਲਾ 20 ਸਾਲ ਪਹਿਲਾਂ ਵੀ ਆਪਾਂ ਸੁਣਦੇ ਹੁੰਦੇ ਸਾਂ, ਜਿਹੜੇ ਤੁਸੀਂ ਕਹਿ ਰਹੇ ਹੋ ਨਾ 2 ਸਾਲਾਂ 'ਚ ਸੜਕ ਨਹੀਂ ਬਣਨੀ ਤੇ ਭਾਵੇਂ ਇਸ ਗੱਲ ਨੂੰ 20 ਸਾਲ ਲੱਗਣ। ਜਿਹੜਾ ਇਹ ਕਾਰਪੋਰੇਟ ਹੈ, ਜਿਹੜਾ ਇਹ ਸਿਸਟਮ ਹੈ, ਇਹ ਬੜੀ ਦੂਰ ਦੀ ਸੋਚਦਾ ਹੈ। ਅਸੀਂ ਉਧਰ ਸੋਚਦੇ ਹਾਂ ਜਿੱਦਣ ਸਾਡੇ ਸਿਰ ਤੇ ਬਣਾ ਪੈ ਜਾਂਦੀ ਆ, ਪਰ ਇਹ ਬਹੁਤ ਦੂਰ, ਇਹ ਅੱਜ ਦਾ ਥੋੜੀ ਸ਼ੁਰੂ ਹੋਇਆ। 20 ਸਾਲ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਆ ਜਦੋਂ ਦੰਕਲ ਤਜਵੀਜ਼ਾਂ ਆਈਆਂ ਸੀ ਤੇ ਕੰਧਾਂ ਦੇ ਨਾਅਰੇ ਪੜ੍ਹਦੇ ਹੁੰਦੇ ਸੀ, ਕੁਝ ਚੇਤਨ ਲੋਕ ਲਾਉਂਦੇ ਵੀ ਸੀ, ਲੋਕਾਂ ਨੇ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਸ ਤਰੀਕੇ ਨਾਲ ਮੁੜ ਕੇ ਉਦਾਰੀਕਰਨ ਦੀ ਨੀਤੀ ਆਈ 1992 ਚ ਨਰਸਿਮਹਾ ਰਾਓ ਦੀ ਸਰਕਾਰ ਵੇਲੇ, ਮਨਮੋਹਨ ਸਿੰਘ ਨੂੰ ਅਸੀਂ ਬੜਾ ਮਾਣ-ਤਾਣ ਵੀ ਇਸ ਗੱਲ ਦਾ ਦਿੱਤਾ ਕਿ ਉਹ ਦੁਨੀਆ ਦੇ ਇੱਕ ਵਿਖਿਆਤ ਜਿਹੜੇ ਅਰਥ ਸ਼ਾਸਤਰੀ ਨੇ, ਹੈਨ ਵੀ, ਇਹ 'ਚ ਕੋਈ ਸ਼ੱਕ ਨਹੀਂ। ਪਰ ਜਿਹੜੀ ਪੜ੍ਹਾਈ ਉਹਨਾਂ ਨੇ ਕੀਤੀ ਤੇ ਪੜ੍ਹਾਈ ਲੋਕਾਂ ਨੂੰ, ਉਹ ਸਾਰੀ ਦੀ ਸਾਰੀ ਜਿਹੜੀ ਆ ਉਹ WTO ਦੀਆਂ ਸਿਧਾਂਤਾਂ ਦੇ ਉੱਤੇ ਕੇਂਦਰਿਤ ਹੈ। ਅੱਜ ਵੀ ਜਦੋਂ ਮਨਟੇਕ ਸਿੰਘ ਆਹਲੂਵਾਲੀਆ ਪੰਜਾਬ ਸਰਕਾਰ ਨੂੰ ਆਪਣੀਆਂ ਰਿਕਮੈਂਡੇਸ਼ਨ ਦਿੰਦੇ ਨੇ ਤਾਂ ਉਹ ਪ੍ਰੋ ਪੀਪਲ ਨਾ ਹੋ ਕੇ ਪ੍ਰੋ ਕਾਰਪੋਰੇਟ ਹੋ ਜਾਂਦੀਆਂ ਨੇ। ਵਿਕਾਸ ਦੇ ਨਾਂ ਤੇ ਲੋਕਾਂ ਨਾਲ ਠੱਗੀ ਮਾਰਨ ਦਾ ਇੱਕ ਸਾਧਨ ਬਣ ਜਾਂਦੀਆਂ ਨੇ।
ਤੇ ਇਹ ਸਾਰਾ ਜਿਹੜਾ ਕੁਝ ਆ, ਇੱਕ ਤਾਂ ਇਹਦੇ ਬਾਰੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਦੂਜਾ ਮੈਂ ਤੁਹਾਡੇ ਕੋਲ ਸੰਖੇਪ ਵਿੱਚ ਇਹ ਜਾਣਨਾ ਚਾਹੁੰਦਾ, ਤੁਸੀਂ ਕਿਹਾ ਕਿ ਸਾਨੂੰ ਝੋਨੇ ਦੇ ਚੱਕਰ ਚੋਂ ਨਿਕਲਣਾ ਪਊਗਾ। ਇਹ ਡਿਵਰਸੀਫਿਕੇਸ਼ਨ ਵਾਲੀ ਗੱਲਾਂ ਵੀ ਅਸੀਂ ਬੜੇ ਸਾਲਾਂ ਤੋਂ ਸੁਣਦੇ ਆ ਰਹੇ, ਅੱਜ ਦੀਆਂ ਨਹੀਂ ਗੀਆਂ, ਪਰ ਝੋਨੇ ਦੇ ਚੱਕਰ ਚੋਂ ਤੇ ਤਾਂ ਹੀ ਨਿਕਲੋਗੇ ਨਾ ਜੇ ਤੁਹਾਡੇ ਕੋਲ ਝੋਨਾ ਬੀਜਣ ਲਈ 4 ਮਰਲੇ ਰਹਿ ਜਾਣਗੇ। ਜੇ ਕੁਝ ਰਿਹਾ ਹੀ ਨਾ, ਤੁਹਾਡੀਆਂ ਜ਼ਮੀਨਾਂ ਤੇ ਤੁਹਾਡੇ ਅਧਿਕਾਰ ਹੀ ਨਾ ਰਹੇ, ਜਿਹੜੇ ਬਾਬਾ ਬੰਦਾ ਬਹਾਦਰ ਨੇ ਤੁਹਾਨੂੰ ਸਰਦਾਰ ਬਣਾ ਕੇ ਬਿਠਾਇਆ ਸੀ, ਜੇ ਤੇ ਅਸੀਂ ਮਾਣ ਕਰਦੇ ਆ ਮਣਾ ਮੂੰਹੀ ਕਿ ਅਸੀਂ ਸਰਦਾਰ ਹੁੰਨੇ ਆ ਪੰਜਾਬੀ, ਤੇ ਉਹ ਹੀ ਨਾ ਰਹੀਆਂ, ਤੇ ਫਿਰ ਤੁਸੀਂ ਝੋਨੇ ਵੀ ਕਿੱਥੇ ਲਾਉਣੇ ਤੇ ਕਣਕਾਂ ਵੀ ਕਿੱਥੇ ਲਾਉਣੀਆਂ? ਗਿੱਲ ਸਾਹਿਬ, ਜਿਹੜਾ ਤੁਸੀਂ ਗੱਲ ਕਰਦੇ ਆ ਨਾ, ਇਹ ਧਾਰਨਾ ਬਣੀ ਹੋਈ ਹੈ WTO, IMF, ਵਰਲਡ ਬੈਂਕ, ਇਹ ਇਸ ਵੇਲੇ ਸੁਪਰ ਪਾਵਰ ਅਮਰੀਕਾ ਦੀਆਂ ਖੇਡਾਂ ਸੀ ਸਾਰੀਆਂ। ਤੇ ਇਹ ਅਦਾਰੇ ਵੀ ਸਰ, ਇਹ ਅਦਾਰੇ ਵੀ ਤਾਂ ਉਹੀ ਰਨ ਕਰਦੇ ਆ ਨਾ, ਜਿਹੜੇ ਮੁਲਕ ਕੋ ਪੈਸਾ ਆ ਉਹਦੀ ਮੋਨੋਪੋਲੀ ਆ ਨਾ। ਬਿਲਕੁਲ ਹਾਂ, ਕਰਦੇ ਆ। ਹੁਣ ਉਹ ਨਹੀਂ ਰਹੀ। ਹੁਣ ਜੇ ਯੂਰਪ ਸੋਚ ਰਿਹਾ ਵੀ ਸਾਨੂੰ ਆਪਣਾ ਅਲੱਗ ਕਰਨਾ ਚਾਹੀਦਾ ਹੈ, ਉਹਨਾਂ ਦੇ ਮਗਰ ਲੱਗ ਕੇ ਉਹ IMF ਜੇ 2 ਅਰਬ ਡਾਲਰ ਦੇਣੇ ਤਾਂ ਉਹ ਆਪਣੀਆਂ ਸ਼ਰਤਾਂ ਮਨਵਾਉਂਦੇ ਆ, ਆਹ ਕਰੋ, ਸਬਸਿਡੀਆਂ ਬੰਦ ਕਰੋ, ਜੇ ਕਰੋ। ਇਹ ਜਿਹੜੇ WTO ਦੇ ਹੈ ਨਾ, ਇਹ ਡਾਇਰੈਕਸ਼ਨ ਦਾ, ਇਹ ਸਮੇਂ ਬਦਲਦੀਆਂ ਰਹਿੰਦੀਆਂ। ਹੁਣ ਵੇਖੋ, ਉਹ SS ਜੌਹਲ ਸੀਗਾ, ਉਹ ਤਾਂ ਉਹਨਾਂ ਦਾ ਮੁਲਾਜ਼ਮ ਹੀ ਸੀਗਾ, ਨੌਕਰ ਸੀ। ਉਹਨੇ ਬਿਲਕੁਲ ਹੀ ਕਿਸਾਨਾਂ ਦੇ ਬਰਖਲਾਫ ਹੀ ਸਾਰੀਆਂ ਸਟੇਟਮੈਂਟਾਂ ਦੇ ਦਿੱਤੀਆਂ। ਮਨਮੋਹਨ ਸਿੰਘ ਇੱਕ ਵਾਰੀ ਨਹੀਂ ਬੋਲਿਆਗਾ ਉਹਦੇ ਪਾਰਲੀਮੈਂਟ 'ਚ, ਜਦੋਂ ਉਹਨੇ ਕਿਹਾ ਵੀ ਅਸੀਂ ਤਾਂ ਜੀ ਤੁਹਾਡੀਆਂ ਹੀ ਲਾਗੂ ਕਰ ਰਹੇ ਹਾਂ, ਮੋਦੀ ਸਾਹਿਬ ਨੇ ਕਿਹਾ ਸੀਗਾ, ਅਸੀਂ ਉਹਦੀ ਕਰ ਰਹੇ ਹਾਂ। ਅਸਲ 'ਚ ਇਹ ਗੱਲ ਇਹ ਹੈ ਵੀ ਇਹ ਵੀ ਸਾਰੀਆਂ ਜ਼ਰੂਰੀ ਨਹੀਂ ਜੋ WTO ਅੱਜ ਕਹਿ ਰਿਹਾ ਉਹ ਸੱਚ ਕਹਿ ਰਿਹਾ, ਉਹ ਵੀ ਇੱਕ ਸਿਆਸਤ ਹੀ ਖੇਡ ਰਿਹਾ ਹੁੰਦਾ ਹੈਗਾ। ਹਾਂਜੀ, ਅੱਛਾ ਇਹ ਗੱਲ, ਹਾਂਜੀ, ਬਾਕੀ ਦੀ ਗੱਲ ਵੀ ਇਹ ਹੁਣ ਝੋਨੇ ਕਣਕ ਦਾ ਹੈ, ਇਹ ਤਾਂ ਹੁਣ ਆਪਾਂ ਨੂੰ ਪਤਾ ਲੱਗਾ ਪਾਣੀ ਵੀ ਮੁੱਕਦਾ ਜਾ ਰਿਹਾ, ਪਾਣੀ ਥੱਲੇ ਜਾ ਰਿਹਾ, ਇਹ ਕਿੰਨਾ ਕੁ ਚਿਰ ਚੱਲੂਗਾ, 10 ਚੱਲ 20 ਚੱਲ, ਮਤਲਬ ਆਪਾਂ ਨੂੰ ਵੀ ਥੋੜੀ ਤਿਆਰੀ ਕਰ ਲੈਣੀ ਚਾਹੀਦੀ। ਪਰ ਲੈਂਡ ਹੋਲਡਿੰਗ ਤਾਂ ਬਚਾਉਣੀ ਹੈ ਨਾ, ਮਾਲਕੀ ਤਾਂ ਬਚਾਉਣੀ ਆ, ਵਜੂਦ ਤਾਂ ਬਚਾਉਣਾ ਨਾ ਆਪਦਾ ਸਭ ਕੁਝ। ਇਸ ਵਾਸਤੇ ਕਿਸਾਨ ਮੋਰਚਾ ਬਹੁਤ ਜ਼ਰੂਰੀ ਹੈ ਇਹ ਸਾਡਾ, ਕਿਉਂਕਿ ਸਾਡੇ ਨਾਲ ਇਸ ਵੇਲੇ ਤਾਂ ਠੱਗੀ ਵੱਜ ਰਹੀ ਹੈ ਨਾ, ਇਸ ਵੇਲੇ ਤਾਂ ਸਿੱਧੀ ਠੱਗੀ ਹੈ। ਤੇ ਉਹਦੇ ਵਿੱਚ ਸਾਡਾ ਕਿਸਾਨ ਮੋਰਚਾ, ਹੁਣ ਕੱਲ ਨੂੰ ਵੱਡੀ ਰੈਲੀ ਹੋ ਰਹੀ ਹੈ, ਦੁਨੀਆ ਦੀ ਵੱਡੀ ਰੈਲੀ ਮੁਜ਼ੱਫਰਨਗਰ ਵਾਲੀ। ਹਾਂਜੀ, ਦੇਖੋ ਕੱਲ ਨੂੰ ਬਹੁਤ ਵੱਡਾ ਇਕੱਠ ਹੋ ਰਿਹਾ ਮੁਜ਼ੱਫਰਨਗਰ, ਤੇ ਏਸ਼ੀਆ ਦੀ ਕਹਿੰਦੇ ਵੀ ਸਭ ਤੋਂ ਵੱਡੀ ਇਹ ਇਕੱਠ ਹੋਊਗਾ, ਇਹ ਸਾਬਤ ਹੋ ਜੀ, ਕੱਲ ਨੂੰ ਵੱਡਾ ਇਕੱਠ ਹੋਊਗਾ ਇਹ। ਔਰ ਇਹਦੇ ਵਿੱਚ ਇਹ ਜਿਹੜਾ ਇਕੱਠ ਹੈ ਨਾ ਕੱਲ ਵਾਲਾ, ਜਿਹੜੇ ਬੁੱਧੀਜੀਵੀ ਸਿਆਣੇ ਬੰਦੇ ਆ ਉਹਨਾਂ ਦੀ ਰਾਏ ਇਹ ਹੈ ਬਈ ਇਹ ਇੱਕ ਫੈਸਲਾ ਕੁਨ ਇਕੱਠ ਹੈ, ਕੱਲ ਨੂੰ ਇੱਕ ਡਿਸੀਜਨ ਨਿਕਲੂ ਉਹਦੇ ਚੋਂ ਵੱਡਾ ਵੀ ਕੀ ਹੁੰਦਾ ਹੈਗਾ। ਇਹਦੇ ਵਿੱਚ ਕਿਸਾਨੀ ਕਿੱਥੋਂ ਤੱਕ ਜਿੱਤਦੀ ਆ, ਕੱਲ ਨੂੰ ਇਹ ਫੈਸਲਾ ਹੋਣ ਦੀ ਸੰਭਾਵਨਾ ਬਣੀ ਪਈ ਹੈ। ਔਰ ਇਹ ਵੀ ਸੁਣਨ 'ਚ ਆਇਆ ਹੋਇਆ ਹੈਗਾ ਗਿੱਲ ਸਾਹਿਬ ਬਈ ਸਾਡੀ ਜਿਹੜੀ ਗੌਰਮੈਂਟ ਆ, ਸਰਕਾਰ ਹੈ, ਪ੍ਰਸ਼ਾਸਨ ਹੈ, ਉਹਨਾਂ ਨੂੰ ਬਹੁਤ ਹੱਥਾਂ ਪੈਰਾਂ ਦੀ ਪਈ ਹੈ ਵੀ ਹੁਣ ਬਣੂਗਾ ਕੀ, ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਕਿਤੇ ਕਿਸਾਨੀ ਬਿੱਲਾਂ ਦੇ ਪਿੱਛੇ ਅਸੀਂ ਆਪ ਹੀ ਨਾ ਗਵਾ ਕੇ ਬੈਠ ਗਏ, ਆਪਦੀ ਸਿਆਸੀ ਕੁਰਸੀਆਂ ਨਾ ਗਵਾ ਕੇ ਬੈਠ ਗਏ ਜੀ। ਅੱਛਾ, ਹੁਣ ਜਿਹੜੀ ਮੁਜ਼ੱਫਰਨਗਰ ਵਾਲੀ ਰੈਲੀ ਆ, ਉਹਦੇ ਤੋਂ ਪਹਿਲਾਂ ਹੀ ਇੱਕ ਘਟਨਾਕ੍ਰਮ ਹੋਇਆ ਸੀਗਾ ਕਰਨਾਲ, ਤੇ ਫਿਰ ਥੋੜੇ ਦਿਨਾਂ ਬਾਅਦ ਹੀ ਹੋ ਗਿਆ ਮੋਗੇ 'ਚ, ਤੇ ਕਿਸਾਨ ਮੂਵਮੈਂਟ ਦਾ ਧਿਆਨ ਕਿਤੇ ਵੰਡਿਆ ਵੀ ਗਿਆ, ਕਿਉਂਕਿ ਜੇ ਹੁਣ ਉਹਨੂੰ ਛੱਡ ਕੇ ਜਾਂਦੇ ਆ 200 ਦੇ ਕਰੀਬ ਕਿਸਾਨਾਂ ਦੇ ਉੱਤੇ ਜਿਹੜੇ ਆ ਉਹ ਪਰਚੇ ਦਰਜ ਹੋ ਗਏ ਆ। ਇੱਕ ਪਾਸੇ ਤੇ ਸਰਕਾਰਾਂ ਧੱਕਾ ਕਰਦੀਆਂ, ਦੂਜੇ ਪਾਸੇ ਇੱਕ ਹੋਰ ਧੱਕਾ ਕਿ ਉਲਟੇ ਪਰਚੇ ਦਰਜ ਹੋ ਜਾਂਦੇ ਆ। ਤੇ ਹੁਣ ਕਿਸਾਨ ਮੂਵਮੈਂਟ ਵਾਲਿਆਂ ਦਾ ਧਿਆਨ ਜੇ ਡਾਇਵਰਟ ਹੋ ਜਾਂਦਾ ਆ, ਮੁਜ਼ੱਫਰਨਗਰ ਤੇ ਹੋ ਹੀ ਰਹੀ ਆ ਰੈਲੀ, ਖੈਰ ਹੋਏਗੀ, ਕਾਮਯਾਬ ਹੋਏਗੀ। 8 ਤਰੀਕ ਤੱਕ ਦਾ ਅਲਟੀਮੇਟਮ ਮੋਗੇ ਵਾਲੀ ਘਟਨਾ ਤੇ ਵੀ ਦੇ ਦਿੱਤਾ। ਜੇ ਇੱਕ ਪਾਸੇ ਪੂਰੀ ਕਿਸਾਨੀ ਦਾ ਜ਼ੋਰ ਲੱਗਾ ਸੀਗਾ ਕਿ ਉਹ IAS ਅਫਸਰ ਜਿਹੜਾ ਆ ਉਹਨੂੰ ਟਰਮੀਨੇਟ ਕਰੋ, ਇੱਕ ਪੁਲਿਸ ਅਫਸਰ ਸੀਗਾ SHO ਲੈਵਲ ਦਾ, ਉਹਦੇ ਬਾਰੇ ਬਹੁਤ ਕੁਝ ਅਸੀਂ ਸੋਸ਼ਲ ਮੀਡੀਆ ਤੇ ਵੇਖਿਆ। ਤੇ ਪੰਜਾਬ ਦੇ ਵਿੱਚ ਜਿਹੜੇ ਲੋਕ ਇਹਦੇ ਲਈ ਜ਼ਿੰਮੇਵਾਰ ਨੇ, ਉਹਨਾਂ ਦੀ ਤਸਵੀਰ ਕੋਈ ਸਾਹਮਣੇ ਆਈ ਆ ਸਵਾਏ ਸੁਖਬੀਰ ਬਾਦਲ ਤੋਂ ਕਿ ਸੁਖਬੀਰ ਬਾਦਲ ਦੇ ਖਾਤਰ ਇਹ ਸਾਰਾ ਕੁਝ ਹੋਇਆ ਤੇ ਕੀਤਾ ਪੰਜਾਬ ਸਰਕਾਰ ਨੇ। ਬਾਦਲ ਕਹਿ ਰਿਹਾ ਪੁਲਿਸ ਤੇ ਸਾਡੀ ਨਹੀਂ, ਪੁਲਿਸ ਤੇ ਕੈਪਟਨ ਦੀ ਆ, ਤੇ ਸਾਨੂੰ ਬਦਨਾਮ ਕਰਨ ਲਈ ਇਹ ਸਾਰੀਆਂ ਚਾਲਾਂ ਚੱਲੀਆਂ ਜਾ ਰਹੀਆਂ। ਇਹਨੂੰ ਤੁਸੀਂ ਘਟਨਾਕ੍ਰਮ ਨੂੰ ਕਿੱਦਾਂ ਦੇਖਦੇ ਹੋ, ਤੇ ਕੀ ਕਿਸਾਨ ਜਿਹੜੇ ਆ ਇੰਨੇ ਸਮਰੱਥ ਨੇ ਕਿ ਜਿਹੜੇ ਦੋਸ਼ੀ ਹੋਣਗੇ ਪੁਲਿਸ ਵਾਲੇ, ਜਾਂ ਇਹ ਲਾਠੀਚਾਰਜ ਜਿਹੜਾ ਬਰੂਟਲ ਲਾਠੀਚਾਰਜ ਆਪਾਂ ਵੇਖਿਆ ਜਿੱਦਾਂ ਡਾਂਗਾਂ ਦੀਆਂ ਹੁੱਜਾਂ ਮਾਰੀਆਂ ਗਈਆਂ ਨੇ,
ਉਹਨਾਂ ਲੋਕਾਂ ਨੂੰ ਕਟਾਰੇ 'ਚ ਖੜੇ ਕਰ ਸਕਣਗੇ? ਗਿੱਲ ਸਾਹਿਬ, ਇਹ ਜਿਹੜਾ ਤੁਸੀਂ ਇਹ ਗੱਲ ਕੀਤੀ ਆ, ਐਡੇ ਵੱਡੇ ਮਹਾਯੁੱਧਾਂ ਦੇ ਵਿੱਚ, ਵੱਡੇ ਅੰਦੋਲਨਾਂ ਦੇ ਵਿੱਚ ਇਹ ਗੱਲਾਂ ਬਹੁਤ ਛੋਟੀਆਂ ਹੁੰਦੀਆਂ ਵੀ ਡਾਂਗਾ ਠੁੱਕ ਗਈਆਂ, ਹੁੱਜਾਂ ਵੱਜ ਗਈਆਂ, ਇਹ ਤਾਂ ਵੱਜਣੀਆਂ ਹੀ ਹੁੰਦੀਆਂ, ਇਹਦੇ ਵਿੱਚ ਤਾਂ ਬਹੁਤ ਕੁਝ ਹੋਣਾ ਹੁੰਦਾ ਹੈ। ਪਰ ਗੱਲ ਜਿੱਥੋਂ ਤੱਕ ਇਹ ਹੈ, ਮੈਨੂੰ ਐਂ ਲੱਗ ਰਿਹਾ ਹੈ ਵੀ ਜਿਹੜਾ ਅਕਾਲੀ ਦਲ ਆ, ਇਹਨਾਂ ਕੋਲੇ ਵਧੀਆ ਐਡਵਾਈਜ਼ਰ ਹੈ ਨਹੀਂ ਗੇ, ਇਹਨਾਂ ਕੋਲੇ ਕੋਈ ਬਹੁਤਾ ਮੱਤ ਦੇਣ ਵਾਲੇ ਵਧੀਆ ਐਡਵਾਈਜ਼ਰ ਹੈ ਨਹੀਂ ਗੇ। ਅੱਛਾ, ਉਹ ਇਹਨਾਂ ਦਾ ਪ੍ਰਧਾਨ ਆ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨੂੰ ਪੁੱਛਣ ਵਾਲਾ ਵੀ ਤੂੰ ਇੰਨਾ ਤੱਤਾ ਕਿਉਂ ਚੱਲ ਰਿਹਾ, ਐਡੀ ਕੀ ਕਾਹਲੀ ਹੈਗੀ ਹੈ, ਕਿਹੜੇ ਤੂੰ ਇਹ ਸੁਰਖੀਆਂ ਬਟੋਰਨੀਆਂ, ਕਿਹੜੀ ਹਵਾ ਬੰਨ ਰਿਹਾ ਤੈਨੂੰ ਵੱਜੇਗੀ। ਉਹ ਐਵੇਂ ਨਿੱਕੇ ਨਿੱਕੇ ਇਕੱਠ ਜੇ ਕਰਕੇ ਬੰਦੇ ਜੇ ਖੜੇ ਕਰੀ ਜਾ ਰਿਹਾ, ਜੇ ਉਹ ਜਾ ਰਿਹਾ। ਉਹ ਵੀ ਜੇ ਸੱਚੀ ਤੂੰ ਹਿਤੂ ਆ ਕਿਸਾਨਾਂ ਦਾ, ਕਿਸਾਨਾਂ ਤੋਂ ਵੋਟਾਂ ਲੈਣੀਆਂ, ਇਹਨਾਂ ਦੀ ਦੁਨੀਆ ਦਾ, ਜੇ ਤੇ ਥੋੜ੍ਹੀ ਬਹੁਤੀ ਵੀ ਡੀਪ ਸਮਝ ਹੈਗੀ ਆ ਤੇ ਵੀ 2 ਮਹੀਨੇ ਚੁੱਪ ਕਰ ਜਾਓ, ਅਜੇ ਫੈਸਲੇ ਵਾਲੇ ਪਾਸੇ ਵੇਖੋ, ਤੁਸੀਂ ਸਰੈਂਡਰ ਕਰ ਦਿਓ ਵੀ ਅਸੀਂ ਨਾ ਉਹਨਾਂ ਚਿਰ ਵੋਟਾਂ ਮੰਗਣੀਆਂ ਹੀ ਨਹੀਂ, ਅਸੀਂ ਖੜਨਾ ਹੀ ਨਹੀਂ ਗਾ ਜਿੰਨਾ ਚਿਰ ਸਾਡਾ ਫੈਸਲਾ ਨਹੀਂ ਹੁੰਦਾ ਗਾ। ਤੇ ਉਹ ਇੰਨੀ ਕਾਹਲੀ ਵਿੱਚ, ਕਾਹਲੀ ਤੋਂ ਹੁਣ ਵਾਪਸ ਵੀ ਥੋੜ੍ਹਾ ਜਿਹਾ ਲਿਆ, ਪਰ ਉਹਨਾਂ ਨੇ ਇਹ ਉਹਨਾਂ ਦੇ ਫੇਵਰ 'ਚ ਗੱਲ ਨਹੀਂ ਜਾਂਦੀ ਕਿ ਜਿਹੜਾ ਉਹ ਇਕੱਠ-ਵੱਟ ਨਿੱਕੇ ਮੋਟੇ ਜਿਹੇ ਮਾਰ ਰਿਹਾ, ਛੋਟੀਆਂ ਗੱਲਾਂ ਹੈ, ਉਹਨਾਂ ਨੂੰ ਇਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿਸਾਨ ਮੋਰਚਾ ਬਹੁਤ ਦੁਨੀਆ ਦਾ ਵੱਡਾ ਗੱਲ ਇਸ਼ੂ ਬਣਿਆ ਪਿਆ ਤੇ ਇਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ। ਇਹ ਤਾਂ ਇਉਂ ਕਰ ਰਿਹਾ ਜਦੋਂ ਪਿੰਡਾਂ 'ਚ ਵੋਟਾਂ ਪੈਂਦੀਆਂ ਹੁੰਦੀਆਂ ਤੇ ਕੋਈ ਸ਼ਾਮ ਲਾਟਾ ਰੋਕਣ ਤੇ ਹੋ ਜਾਂਦੇ ਵੀ ਚਾ ਹੁਣ ਕਿਹਨੇ ਪੁੱਛਣਾ ਹੈਗਾ, ਇਹ ਆਪਦਾ ਹੀ ਇਹਨਾਂ ਨੇ ਉੱਧਰ ਚਲਾ ਲਿਆ ਕੰਮ। ਅੱਛਾ, ਤੇ ਤੁਸੀਂ ਇਹ ਸਮਝਦੇ ਹੋ ਕਿ ਜਿਹੜੇ ਅਕਾਲੀ ਦਲ ਆ ਉਹਨਾਂ ਦੇ ਐਡਵਾਈਜ਼ਰ ਉਹਨੂੰ ਸਹੀ ਸਲਾਹ ਨਹੀਂ ਦੇ ਰਹੇ, ਪਰ ਦੂਜੇ ਪਾਸੇ ਸੰਵਿਧਾਨ ਦੇ ਵਿੱਚ ਹੋਰ ਪਾਰਟੀਆਂ ਵੀ ਨੇ, ਕੀ ਕਾਂਗਰਸ ਦੇ ਕੋਈ ਐਡਵਾਈਜ਼ਰ ਐਸੇ ਹੈਗੇ ਜਿਹੜੇ ਉਹਨੂੰ ਸਹੀ ਸਲਾਹ ਦੇ ਰਹੇ ਹੁਣ ਕਿ ਤੁਸੀਂ ਹੁਣ ਅਗਲੀ ਇਲੈਕਸ਼ਨ ਲੜਨੀ ਆ ਤੇ ਲੋਕ ਮੁੱਦੇ ਕਿੱਦਾਂ ਉਭਾਰਨੇ ਆ, ਤੇ ਜਿਹੜੇ ਤੁਸੀਂ 4.5 ਸਾਲ ਖਰਾਬ ਕੀਤੇ ਨੇ ਪੰਜਾਬੀਆਂ ਦੇ, ਉਹਦੀ ਭਰਪਾਈ ਕਿੱਦਾਂ ਕਰਨੀ ਆ, ਉਹਨਾਂ ਕੋਲ ਕੋਈ ਐਡਵਾਈਜ਼ਰ ਨਜ਼ਰ ਆ ਰਿਹਾ ਤੁਹਾਨੂੰ? ਵੇਖੋ, ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਸੀਗਾ ਵੀ ਉੱਥੇ ਡਾਂਗਾ ਠੁੱਕੀਆਂ, ਕਰਨਾਲ ਵੱਜੀਆਂ, ਮੋਗੇ ਵੱਜੀਆਂ, ਹੁੱਜਾਂ ਵੱਜੀਆਂ, ਉਹ ਗੱਲ ਮੈਂ ਤਾਂ ਉਹਦੇ ਵਿੱਚ ਜਵਾਬ ਦਿੱਤਾ ਹੈ। ਕਿਉਂਕਿ ਕਾਂਗਰਸ ਦਾ ਜੇ ਰੈਲੀਆਂ ਕਰਨ ਹੀ ਨਹੀਂ ਲੱਗੇਗੇ, ਨਾ ਹੀ ਉਹਦੇ ਬੰਦੇ ਖੜੇ ਕਰ ਲਾਂਗੇ। ਕਾਂਗਰਸ ਦਾ ਤਾਂ ਇੱਕ ਸਪਸ਼ਟ ਜੀ ਗੱਲ, ਇਹਨਾਂ ਨੇ ਮਹੀਨਾ ਪਹਿਲਾਂ 20 ਦਿਨ ਪਹਿਲਾਂ ਬੰਦਿਆਂ ਨੂੰ ਟਿਕਟਾਂ ਦੇਣੀਆਂ, ਉਹ ਵੀ ਚੀਕਾਂ ਨਿਕਾਲ ਕੇ ਲੋਕਾਂ ਦੇ ਵੀ ਫੇਰ ਕਿਤੇ ਉਹਨਾਂ ਨੂੰ ਟਿਕਟਾਂ ਦੇਣੀਆਂ। ਇਹ ਉਸ ਤਰ੍ਹਾਂ ਦਾ ਕੰਮ ਕਰ ਨਹੀਂ ਨਾ ਰਹੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਆ ਜੀ। ਅੱਛਾ, ਇੱਕ ਆਪਣੀ ਆਫ ਦੀ 에ਅਰ ਗੱਲਬਾਤ ਤੁਹਾਡੇ ਨਾਲ ਹੋ ਰਹੀ ਸੀ ਕਿ ਅਕਾਲੀ ਦਲ ਨੇ, ਚਲੋ ਕੋਈ ਨਹੀਂ, ਅਕਾਲੀ ਦਲ ਨੇ ਜਿਹੜੀ ਪਿਛਲੀ ਚੋਣ ਹਾਰੀ ਆ, ਜਿੱਤੀਆਂ ਬਾਜ਼ੀਆਂ ਇੱਕ ਦੋ ਵਾਰੀ ਇਦਾਂ ਦਾ ਲੱਗਿਆ ਕਿ ਸੁਖਬੀਰ ਬਾਦਲ ਵੀ ਦਾਅਵਾ ਕਰਦੇ ਹੁੰਦੇ ਸੀ ਕਿ ਅਸੀਂ ਇੰਨੇ ਕੁ ਕੰਮ ਕਰਤੇ ਕਿ 25 ਸਾਲ ਪੰਜਾਬ 'ਚ ਸਾਨੂੰ ਕੋਈ ਹਿਲਾ ਨਹੀਂ ਸਕਦਾ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਮੈਚਿਓਰਟੀ ਆਈ ਆ ਕੁਝ ਲੀਡਰਾਂ 'ਚ? ਤੁਸੀਂ ਸਪੈਸ਼ਲੀ ਕਿਹਾ ਕਿ ਜਿਹੜਾ ਮਜੀਠੀਆ ਆ ਉਹ ਕਾਫੀ ਮੈਚਿਓਰ ਲੀਡਰ ਵਜੋਂ ਉੱਭਰ ਰਿਹਾ ਆ, ਇੱਥੋਂ ਤੱਕ ਕਿ ਕਈ ਵਾਰ ਉਹਨਾਂ ਦੀਆਂ ਸਟੇਟਮੈਂਟ ਜਾਂ ਉਹਨਾਂ ਦੇ ਜਿਹੜੇ ਬਿਆਨ ਜਾਂ ਵੀ ਵੇਖਦੇ ਆ ਉਹ ਸੁਖਬੀਰ ਬਾਦਲ ਤੋਂ ਜ਼ਿਆਦਾ ਸਪਸ਼ਟ ਹੁੰਦੇ ਆ। ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਦਾ ਦੇਖ ਰਹੇ ਹੋ ਕਿ ਜਿਹੜੇ ਮਜੀਠੀਆ, ਕਿਉਂਕਿ ਚਰਚਾ ਦਾ ਕੇਂਦਰ ਹਮੇਸ਼ਾ ਬਣਿਆ ਰਿਹਾ, ਚਾਹੇ ਡਰੱਗ ਦਾ ਮਾਮਲਾ ਹੋਵੇ, ਚਾਹੇ ਵਿਧਾਨ ਸਭਾ ਦੇ ਵਿੱਚ ਗਾਲਾਂ ਕੱਢਣ ਦਾ ਮਾਮਲਾ ਹੋਵੇ, ਉੱਚੀ ਸੁਰ 'ਚ ਬੋਲਣ ਦਾ ਹੋਵੇ, ਮੰਦੀ ਸ਼ਬਦਾਵਲੀ ਬੋਲਣ ਦਾ ਹੋਵੇ, ਕਿਤੇ ਨਾ ਕਿਤੇ ਜਿਹੜਾ ਮਜੀਠੀਆ ਆ ਉਹ ਹਮੇਸ਼ਾ ਫਰੰਟ ਤੇ ਰਹੇ ਨੇ, ਤੇ ਤੁਸੀਂ ਸੋਚ ਰਹੇ ਹੋ ਕਿ ਸ਼ਾਇਦ ਉਹ ਥੋੜੇ ਜਿਹੇ ਮੈਚਿਓਰ ਹੋ ਗਏ ਨੇ। ਉਹ ਵੀ ਸਾਨੂੰ ਦੱਸੋ ਕਿ ਕਿਹੜੀ ਕਿਹੜੀ ਚੀਜ਼ ਉਹਨਾਂ ਦੀ ਜਿਹੜੀ ਆ ਉਹ ਮੈਚਿਓਰਟੀ ਵਾਲੇ ਪਾਸੇ ਜਾਂਦੀ ਤੁਹਾਨੂੰ ਨਜ਼ਰ ਆ ਰਹੀ ਆ? ਜੀ ਗੱਜਣਵਾਲਾ ਜੀ, ਤੁਹਾਡਾ ਇੰਟਰਨੈਟ ਲੱਗਦਾ ਮੈਨੂੰ ਰੁਕ ਗਿਆ, ਕੁਝ ਇਸ ਤਰ੍ਹਾਂ ਦੀ ਗੱਲ ਲੱਗ ਰਹੀ ਹੈ ਕਿ ਤੁਹਾਡੀ ਜਿਹੜੀ ਸਟਿਲ ਹੋ ਗਈ ਹੈ ਫੋਟੋ, ਇੰਟਰਨੈਟ ਤੁਹਾਡਾ ਰੁਕ ਗਿਆ ਨਾ, ਤੁਹਾਨੂੰ ਦੁਬਾਰਾ ਜੋੜਨ ਦੀ, ਹਾਂ ਮੈਨੂੰ ਲੱਗਦਾ ਤੁਸੀਂ ਦੁਬਾਰਾ ਜੁੜ ਗਏ ਹੋ, ਤੁਹਾਡਾ ਇੰਟਰਨੈਟ ਕੱਟ ਗਿਆ ਸੀ। ਸਰ, ਮੈਂ ਜਿਹੜਾ ਸਵਾਲ ਕੀਤਾ ਸੀ, ਸਵਾਲ ਤੁਹਾਡੇ ਤੱਕ ਪਹੁੰਚ ਗਿਆ ਸੀ? ਹਾਂ, ਪਹੁੰਚ ਗਿਆ। ਤੁਸੀਂ ਜੋ ਕਿਹਾ ਸੀਗਾ ਆਪਣੇ ਮਜੀਠੀਆ ਸਾਹਿਬ ਦੀ ਬਾਤ, ਵਿਕਰਮ ਮਜੀਠੀਆ ਦੀ ਬਾਤ। ਜੀ 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 ਜੀ। ਵੇਖੋ ਜੀ, ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨਾ, ਉਹ ਪਾਰਲੀਮੈਂਟ 'ਚ ਉਹਨੇ ਅਸੈਂਬਲੀ ਵਿੱਚ ਆਇਆ ਗਿਆ, ਉਹ ਗਾਲਾਂ ਕੱਢੀਆਂ, ਜੇ ਉਹ ਆਕਰੋਸ਼ ਵਿੱਚ ਆ ਗਿਆ, ਕ੍ਰੋਧ 'ਚ ਬੋਲਿਆ। ਪਰ ਮੈਂ ਜਿਹੜੀ ਗੱਲ ਕਰਦਾ, ਮੈਂ ਰੀਸੈਂਟਲੀ ਗੱਲ ਕਰ ਰਿਹਾ, 15-20 ਦਿਨਾਂ, ਮਹੀਨੇ ਇੱਕ ਦੋ ਦੀ ਗੱਲ ਕਰ ਰਿਹਾ ਮੈਂ। ਮੈਨੂੰ ਐਂ ਲੱਗ ਰਿਹਾ ਹੈ ਵੀ ਮਜੀਠੀਆ ਐਨਫ ਮੈਚਿਓਰ ਹੋ ਚੁੱਕਿਆ ਇਸ ਵੇਲੇ, ਉਹਨੂੰ ਜਿਹੜੀ ਉਹ ਹੋ ਗਿਆ, ਤੇ ਉਹ ਗੱਲ ਉਹਨੂੰ ਕਰਨੀ ਵੀ ਆ ਗਈ ਹੈ ਤੇ ਗੱਲ ਨਾ ਤੋਰਨੀ ਵੀ ਆ ਗਈ ਹੈ। ਉਹ ਇਸ ਵੇਲੇ ਮੈਨੂੰ ਲੱਗਦਾ ਅਕਾਲੀ ਦਲ ਕੋਲ 2 ਹੀ ਬੁਲਾਰੇ ਹੈਗੇ, ਇੱਕ ਹੈਗੇ ਸਰਦਾਰ
ਸੁਖਬੀਰ ਸਿੰਘ ਜੀ ਤੇ ਇੱਕ ਮਜੀਠੀਆ ਸਾਹਿਬ ਆ। ਬਾਕੀ ਹੋਰ ਤਾਂ ਕੋਈ ਅਕਾਲੀਆਂ 'ਚ ਕੋਈ ਗੱਲਬਾਤ, ਚੰਦੂ ਮਾਜਰਾ ਵਗੈਰਾ ਵੀ ਚੁੱਪ ਹੀ ਬੈਠੇ ਆ, ਜਗਮੀਤ ਬਰਾੜ ਵੀ ਕੋ ਤਾਂ ਪਿੱਛੇ ਹੀ ਬੈਠੇ ਕਿਤੇ। ਤੇ ਮਜੀਠੀਆ ਸਾਹਿਬ ਬੜੇ ਕੌਨਫੀਡੈਂਸ ਨਾਲ ਗੱਲ ਕਰਦੇ ਆ, ਬੜੇ ਵਿਸ਼ਵਾਸ ਨਾਲ ਗੱਲ ਕਰਦੇ ਆ। ਔਰ ਮੈਨੂੰ ਤਾਂ ਐਂ ਲੱਗ ਰਿਹਾ ਵੀ ਉਹ ਮਾਝੇ ਦੀ ਜਿਹੜੀ ਜਰਨੈਲੀ ਹੈ ਉਹਦੇ ਤੇ ਲਗਭਗ ਉਹਨਾਂ ਦਾ ਉੱਥੇ ਕੰਟਰੋਲ ਜਿਹਾ ਉਹਨਾਂ ਦੇ ਹੱਥਾਂ 'ਚ ਜਾ ਰਿਹਾ ਲੱਗ ਰਿਹਾ ਹੈਗਾ। ਮਾਝੇ ਦੇ ਜਿੰਨੇ ਹੋਰ ਜਰਨੈਲ ਤੁਸੀਂ ਆਪਦੇ ਮੰਨਦੇ ਆ ਗਿੱਲ ਸਾਹਿਬ, ਉਹਨਾਂ ਤੋਂ ਮੈਨੂੰ ਤਾਂ ਉੱਪਰ ਲੱਗ ਰਿਹਾ। ਬੜੇ ਕੌਨਫੀਡੈਂਸ ਨਾਲ ਬੜੀਆਂ ਸਹਿ ਸੁਭਾਅ ਗੱਲਾਂ ਹੋ ਰਹੀਆਂ, ਇੱਕ ਖਿੱਤੇ ਤੇ ਪੂਰਾ ਕਬਜ਼ਾ ਹੋ ਰਿਹਾ ਉਹਨਾਂ ਦਾ। ਮੈਨੂੰ ਤਾਂ ਐਂ ਵੀ ਲੱਗ ਰਿਹਾ ਵੀ ਕਿਤੇ ਮਾਝੇ ਦਾ ਜਰਨੈਲ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਮੈਚੋਰਿਟੀ ਉਹਨਾਂ 'ਚ ਆਈ ਹੈ। ਵੇਖੋ ਜੀ, ਆਪਾਂ ਉਹ ਗੁਣ ਉਗਣ ਨਹੀਂ ਵਿਚਾਰਦੇ ਗਏ, ਪਰ ਗੱਲ ਆ ਵੀ ਜਿਸ ਤਰ੍ਹਾਂ ਉਹ ਸਟੇਜ ਕਨੈਕਟ ਕਰਦੇ, ਜਿਸ ਤਰ੍ਹਾਂ ਮੀਡੀਆ ਨੂੰ ਐਡਰੈਸ ਹੁੰਦੇ ਆ, ਜਿਸ ਤਰ੍ਹਾਂ ਉਹ ਗੱਲ ਕਰਦੇ ਆ, ਜਿੱਥੇ ਵੀ ਸੰਬੋਧਨ ਹੁੰਦੇ ਆ, ਉਹਨਾਂ 'ਚ ਬਹੁਤ ਕੌਨਫੀਡੈਂਸ ਹੈ। ਔਰ ਉਹਨਾਂ ਦੀ ਸਪਸ਼ਟ ਭਾਸ਼ਾ ਵੀ ਬਹੁਤ ਸਾਫ਼ ਸੁਥਰੀ ਹੈ, ਸਪਸ਼ਟ ਭਾਸ਼ਾ 'ਚ ਬੋਲਦੇ ਆ। ਸੋ ਤੁਹਾਨੂੰ ਲੱਗ ਰਿਹਾ ਹੈ ਕਿ ਭਵਿੱਖ ਵਿੱਚ ਉਹ ਸੁਖਬੀਰ ਬਾਦਲ ਹੋਰਾਂ ਤੋਂ ਵੀ ਅੱਗੇ ਨਿਕਲਣ ਦੀ ਸੰਭਾਵਨਾ ਰੱਖਦੇ ਨੇ, ਜਾਂ ਭਵਿੱਖ ਵਿੱਚ ਪੰਜਾਬੀਆਂ ਦੀ ਪਸੰਦ ਦੇ ਲੀਡਰ ਬਣਨ ਦੀ ਸਮਰੱਥਾ ਉਹਨਾਂ 'ਚ ਵੀ ਹੈ? ਦੇਖੋ, ਮੈਂ ਕਹਿੰਦਾ ਉਹਨਾਂ ਦਾ ਜਿਹੜਾ ਹੈਗਾ ਪੋਲੀਟੀਕਲ ਮੈਚੋਰਿਟੀ ਉਹਨਾਂ 'ਚ ਕਾਫੀ ਆ ਚੁੱਕੀ ਹੈ। ਇਹਨੂੰ ਹੁਣ ਤੁਸੀਂ ਜਿਹੜੇ ਮਰਜ਼ੀ ਪਾਸੇ ਲਾ ਲਓ, ਕੋਈ ਉਹਨਾਂ 'ਚ ਫੰਬਲ ਨਹੀਂ ਗਾ, ਨਾ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬੋਲਣ ਵੇਲੇ ਹੁੰਦੀ ਹੈ। ਸਪਸ਼ਟ ਹੈ, ਆਪਦੇ ਮੁੱਦੇ ਤੇ ਏਜੰਡੇ ਤੇ ਸਪਸ਼ਟ ਬੋਲ ਰਹੇ ਆ। ਹਾਂਜੀ, ਅੱਛਾ, ਇੱਕ ਸਰਵੇਖਣਾਂ ਦਾ ਬੜਾ ਰੋਲ ਹੁੰਦਾ ਜੀ। ਸਾਡੇ ਵੀ ਇੱਥੇ ਇਲੈਕਸ਼ਨ ਹੋ ਰਹੀ ਆ, ਸਾਡੀ ਇਲੈਕਸ਼ਨ ਤੇ ਬਸ ਸਾਡੇ ਬਿਲਕੁਲ ਦਰਾਂ ਮੂਹਰੇ ਖੜੀ ਆ। 20 ਸਤੰਬਰ ਨੂੰ ਵੋਟਾਂ ਪੈਣੀਆਂ ਨੇ। ਸਾਡੇ ਤੇ ਵੋਟਾਂ ਇੱਥੇ ਪਹਿਲਾਂ ਹੀ 2 ਹਫ਼ਤੇ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਵੀਕਐਂਡ ਦੇ ਉੱਤੇ ਲੋਕ ਜਾ ਕੇ ਆਪੋ ਆਪਣੀ ਵੋਟ ਪੋਲ ਕਰ ਆਉਂਦੇ ਆ। ਉਹਦੀ ਉਨੀ ਚਰਚਾ ਨਹੀਂ ਜਿੰਨੀ ਪੰਜਾਬ ਦੀ ਇਲੈਕਸ਼ਨ ਅਜੇ 6 ਮਹੀਨਿਆਂ ਨੂੰ ਉਹਦੀ ਚਰਚਾ ਅਸੀਂ ਰੋਜ਼ ਕਰੀ ਜਾਂਦੇ ਆਪਣੇ ਚੈਨਲਾਂ ਰਾਹੀਂ। ਤੇ ਸਰਵੇਖਣ ਇੱਥੇ ਵੀ ਆਉਂਦੇ ਆ, ਉਹਨਾਂ ਨੂੰ ਬੜੀ ਮਾਨਤਾ ਮਿਲਦੀ ਆ। ਮੈਂ ਜੇ ਇੱਥੋਂ ਦੇ ਸਰਵੇਖਣ ਵੇਖਾਂ ਤੇ ਸਾਨੂੰ ਅੱਜ ਦੀ ਡੇਟ 'ਚ ਜੇ ਦੱਸ ਰਿਹਾ ਕਿ ਜਿਹੜਾ ਲਿਬਰਲ ਪਾਰਟੀ ਉਹਦਾ ਗ੍ਰਾਫ ਥੱਲੇ ਜਾ ਰਿਹਾ ਤੇ ਕੰਜ਼ਰਵੇਟਿਵ ਪਾਰਟੀ ਦਾ ਉੱਪਰ ਜਾ ਰਿਹਾ। ਕੱਲ ਤੱਕ ਹਾਲਾਤ ਹੋਰ ਸੀ, ਅੱਜ ਹਾਲਾਤ ਹੋਰ ਨੇ। ਇੱਕ ਇੱਕ ਦਿਨ ਦੇ ਜਿਹੜੇ ਨੈਨੋ ਵਰਗਾਂ ਦੇ ਸਰਵੇ ਆਉਂਦੇ ਰਹਿੰਦੇ ਆ ਤੇ ਲੋਕ ਰਿਲਾਈ ਵੀ ਬਹੁਤ ਕਰਦੇ ਆ। ਪਰ ਉਸ ਤੋਂ ਵੀ ਬਾਅਦ ਜਿਹੜੀਆਂ ਤੇ ਡਿਬੇਟ ਹੁੰਦੀਆਂ ਨੇ ਅਖੀਰਲੇ ਮੂਮੈਂਟ ਤੱਕ, 3 ਡਿਬੇਟ ਹੁੰਦੀਆਂ ਨੇ, ਇੱਕ ਹੋ ਚੁੱਕੀ ਆ ਫ੍ਰੈਂਚ 'ਚ, 2 ਅਜੇ ਇੰਗਲਿਸ਼ 'ਚ ਹੋਣੀਆਂ ਨੇ। ਉਹਨਾਂ ਨੂੰ ਧਿਆਨ 'ਚ ਰੱਖ ਕੇ ਵੋਟਰ ਆਪਣਾ ਮਨ ਬਣਾਉਂਦਾ ਆ ਕਿ ਅਸੀਂ ਕਿਸ ਪਾਰਟੀ ਨੂੰ ਵੋਟ ਪਾਉਣੀ ਆ। ਪਰ ਭਾਰਤ ਦਾ ਜਿਹੜਾ ਕਹਿੰਦੇ ਹੁੰਦੇ ਅੱਲਾ ਨਰਾਲਾ, ਉਹ 6 ਮਹੀਨੇ ਪਹਿਲਾਂ ਹੀ ਚੈਨਲ ਜਿਹੜੇ ਆ ਉਹ ਦੁਹਾਈ ਪਾਉਣੀ ਸ਼ੁਰੂ ਕਰ ਦਿੰਦੇ ਆ ਕਿ ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ। ਆਪਾਂ ਵੈਸਟ ਬੰਗਾਲ ਦੀਆਂ ਚੋਣਾਂ 'ਚ ਵੇਖਿਆ ਸੀਗਾ, ਲੋਕਾਂ ਦਾ ਮਨ ਬਣਾਉਣ ਵਾਸਤੇ, ਲੋਕਾਂ ਨੂੰ ਉਸ ਪਾਸੇ ਖਿੱਚਣ ਵਾਸਤੇ, ਦਿਖਾਉਣ ਵਾਸਤੇ, ਜਿੱਦਾਂ ਕਿਹਾ ਜਾ ਰਿਹਾ ਕਿ ਜਿਹੜੀ ਆ 200 ਤੋਂ ਵੱਧ ਸੀਟਾਂ ਲੈ ਕੇ ਇਸ ਵਾਰ ਵੈਸਟ ਬੰਗਾਲ 'ਚ ਬੀਜੇਪੀ ਜਾਏਗੀ, ਦੀਦੀ ਜਿਹੜੀ ਆ ਉਹ ਘਰ ਚਲ ਜਾਏਗੀ, ਬਹੁਤ ਕੁਝ ਕਿਹਾ ਗਿਆ, ਬਹੁਤ ਤਰ੍ਹਾਂ ਦੀ ਖੇਡਾਂ ਖੇਡੀਆਂ ਗਈਆਂ। ਤੇ ਹੁਣ ਜਿਹੜੀਆਂ ਚੋਣਾਂ ਹੋ ਰਹੀਆਂ ਯੂਪੀ, ਪੰਜਾਬ, ਉਹਦੇ ਵੀ ਸਰਵੇ ਆਉਣੇ ਸ਼ੁਰੂ ਹੋ ਗਏ। ਪੰਜਾਬ ਦਾ ਇੱਕ ਸਰਵੇ ਆਇਆ, ਉਹ ਤੇ ਕਹੀ ਜਾਂਦੇ ਆ ਕਿ ਜਿਹੜੀ ਪਾਰਟੀ ਇਸ ਵੇਲੇ, ਮੈਂ ਜਿੰਨੇ ਜਰਨਲਿਸਟ ਨਾਲ ਗੱਲ ਕਰਦਾ ਉਹ ਕਹਿੰਦੇ ਕਿਤੇ ਮੈਦਾਨ 'ਚ ਹੀ ਨਹੀਂ ਹੈਗੀ। ਪਰ ਜਿਹੜਾ ਸੀ ਵੋਟਰ ਸਰਵੇਖਣ ਆਇਆ ਉਹ ਕਹਿੰਦਾ ਕਿ ਆਮ ਆਦਮੀ ਪਾਰਟੀ ਇਸ ਵੇਲੇ 35.1% ਵੋਟ ਲੈ ਸਕਦੀ ਆ, ਕਾਂਗਰਸ 28.5%, ਸ਼੍ਰੋਮਣੀ ਅਕਾਲੀ ਦਲ 21.8%, ਭਾਰਤੀ ਜਨਤਾ ਪਾਰਟੀ 7.3% ਤੇ ਬਾਕੀ ਰਲੇ ਮਿਲੇ 7%। ਯਾਨੀ ਕਿ ਕੁੱਲ ਮਿਲਾ ਕੇ ਉਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਬੈਠੇ ਆ। ਤੇ ਗਿੱਲ ਸਾਹਿਬ, ਹੁਣ ਵੈਸੇ ਤਾਂ ਤੁਸੀਂ ਸਾਰਾ ਕੁਝ ਆਪ ਹੀ ਦੱਸ ਦਿੱਤਾ ਹੈਗਾ, ਪਰ ਇਹ ਜਿਹੜੇ ਸਰਵੇ ਆ ਇਹਦੇ 'ਚ ਤੁਸੀਂ ਆਪ ਹੀ ਦੱਸੋ ਕਿੰਨੀ ਸਾਰਥਕਤਾ ਇਹਦੇ ਵਿੱਚ ਹੈਗੀ ਆ, ਇਹਦੀ ਤਰਕ ਸੰਗਤਤਾ ਕਿੰਨੀ ਕੁ ਇਹਦੇ ਵਿੱਚ ਹੈਗੀ ਆ। ਵੇਖੋ, ਇਹ ਅਚਾਨਕ ਹੀ ਕਿੱਥੋਂ ਆ ਗਿਆ ਇਹ ਵੀ ਉਹ ਰੈਲੀਆਂ ਚੱਲ ਰਹੀਆਂ ਸੀ ਅਕਾਲੀ ਦਲ ਦੀਆਂ, ਕਿਤੇ ਹਵਾ ਉਹਨਾਂ ਦੀ ਨਾ ਬਣ ਜਾਏ, ਇੱਧਰੋਂ ਇਹ ਕੱਢ ਦਿੱਤਾ। ਆਪ ਪਾਰਟੀ ਦੇ ਕੋਲੇ ਅਜੇ ਤੱਕ ਚੀਫ ਮਿਨਿਸਟਰ ਦਾ, ਮੈਂ ਨਾ ਡਿਪਟੀ ਚੀਫ ਦਾ ਵੀ ਉਹਨਾਂ ਕੋਲ ਤਾਂ ਚਿਹਰਾ ਹੀ ਨਹੀਂਗਾ। ਤੇ 57 ਜਦੋਂ ਐਡੀ ਵੱਡੀ ਨੇਰੀ ਉਹਨਾਂ ਦੇ ਹੱਕ 'ਚ ਸੀਗੀ, ਐਡੀ ਵੱਡੀ ਲਹਿਰ ਸੀਗੀ, ਤੇ ਉਦੋਂ ਉਹ ਜਦੋਂ ਉਹਨੇ 190 ਜਿੱਤਾਂਗੇ ਤੇ ਉਦੋਂ ਤਾਂ ਇਹਨਾਂ ਕੋਲ 22 ਆਈਆਂ। ਤੇ ਫਿਰ ਜਦੋਂ ਸਾਰਾ ਉਹਦੀ ਪੜਚੋਲ ਹੋਈ ਤੇ ਕੇਜਰੀਵਾਲ
ਦੇ ਉੱਤੇ ਇੰਨੇ ਇਲਜ਼ਾਮ ਲੱਗੇ ਵੀ ਇਹ ਤਾਂ ਇਹਨੂੰ ਤਾਂ ਧਰਤੀ ਦਾ ਹੀ ਨਹੀਂ ਪਤਾ, ਇਹ ਤਾਂ ਪੰਜਾਬ ਦਾ ਬੰਦਾ ਹੀ ਨਹੀਂ ਗਾ, ਤੇ ਇਹਨੂੰ ਇੰਨੀਆਂ ਹੀ ਮਿਲਣੀਆਂ ਸੀ, ਇਹਨਾਂ ਨੂੰ 100 ਕਿੱਥੋਂ ਮਿਲ ਸਕਦੀ ਆ। ਤੇ ਹੁਣ ਉਹ ਜਿਹੜਾ ਅਜੇ ਵੀ ਕਹੀ ਜਾਂਦੇ ਵੀ ਕੇਜਰੀਵਾਲ ਦੀ ਸ਼ੰਕਾ ਵੀ ਉਹਨੂੰ ਪੰਜਾਬ ਦਾ ਪਤਾ ਹੀ ਨਹੀਂ, ਉਹਨੂੰ ਮਿੱਟੀ ਦਾ ਨਹੀਂ ਪਤਾ, ਸੁਭਾਅ ਦਾ ਨਹੀਂ ਪਤਾ, ਕਲਚਰ ਦਾ ਨਹੀਂ ਪਤਾ, ਤੇ ਉਹਦੇ ਹੱਕ 'ਚ ਕਿੱਥੇ ਅਜੇ ਤੱਕ ਲਹਿਰ ਨਹੀਂ ਚੱਲੀ, ਕੋਈ ਬੰਦਾ ਨਹੀਂ ਗਾ ਖੜਾ ਕੀਤਾ, ਕੋਈ ਲਹਿਰਾਂ ਦੀ ਦੇਣਾ ਨਹੀਂ। ਉਹ ਸੇਵਾ ਸਿਉਂ ਨੂੰ ਉਹਦੇ ਕਰਕੇ ਗਿਆ ਜਿਹੜਾ ਪਹਿਲੀ ਬਾਲ ਤੇ ਆਊਟ ਹੋਣ ਵਾਲਾ ਬੰਦਾ ਹੈ। ਤੇ ਤੁਸੀਂ ਆਪ ਦੱਸੋ ਵੀ ਕਿੰਨੀ ਕੁ ਸਾਹਸਿਕਤਾ ਹੈਗੀ ਗੱਲ, ਕਿੰਨਾ ਕੁ ਸੱਚ ਹੋਊਗਾ। ਇਹ ਵੀ ਇਹ ਲੋਕਲ ਮੀਡੀਆ ਦੀ ਗੱਲ ਨਹੀਂ, ਇਹ ਵੀ ਨੈਸ਼ਨਲ ਮੀਡੀਆ ਦੀ ਉਪਜ ਚੋਂ ਹੀ ਇਹ ਸਰਵੇਖਣ ਆਇਆ ਲੱਗਦਾ ਹੈ, ਇਹ ਲੱਗ ਰਿਹਾ ਹੈ। ਨੈਸ਼ਨਲ ਮੀਡੀਆ ਨਹੀਂ ਚਾਹੁੰਦਾ। ਪਰ ਗਜਨਵਾਲਾ ਜੀ, ਜਿਹੜਾ ਨੈਸ਼ਨਲ ਮੀਡੀਆ ਜਿਹਨੂੰ ਤੁਸੀਂ ਕਹਿੰਦੇ ਹੋ, ਮੈਂ ਨਹੀਂ ਇਹਨੂੰ ਕਦੀ ਨੈਸ਼ਨਲ ਮੀਡੀਆ ਮੰਨਿਆ, ਹਿੰਦੀ ਮੀਡੀਆ ਜ਼ਰੂਰ ਹੈ, ਨੈਸ਼ਨਲ ਹੋਣਾ ਹੋਰ ਚੀਜ਼ ਹੁੰਦੀ ਆ। ਉਹ ਨੈਸ਼ਨਲ ਕੀ, ਉਹ ਤੇ ਇੱਕ ਖੇਤਰੀ ਮੀਡੀਆ ਤੋਂ ਵੀ ਘਟੀਆ ਰੋਲ ਅਦਾ ਕਰ ਰਹੇ ਆ। ਮੈਂ ਤੁਹਾਨੂੰ ਸਿਰਫ ਇਹ ਜਾਣਨਾ ਚਾਹੁੰਦਾ ਆ ਕਿ ਜੇ ਉਹ ਸਾਰਾ ਦਾ ਸਾਰਾ ਜਿਹੜਾ ਮੀਡੀਆ ਜਿਹਨੂੰ ਆਪਾਂ ਨੈਸ਼ਨਲ ਸਮਝਦੇ ਆ ਉਹ ਬੀਜੇਪੀ ਦੀ ਝੋਲੀ ਪਿਆ ਹੋਇਆ, ਤੇ ਉਹ ਤਾਂ ਬੀਜੇਪੀ ਨੂੰ ਤਾਂ ਇੱਥੇ ਨੁਕਸਾਨ ਹੀ ਦਿਖਾ ਰਿਹਾ ਕਿ 7% ਵੋਟਾਂ ਉਹਨਾਂ ਨੂੰ ਸਿਰਫ ਮਿਲਦੀਆਂ ਨੇ, ਤੇ ਦਿਖਾ ਰਿਹਾ ਉਹ ਆਪ ਨੂੰ। ਜੇ ਇਹਦੇ ਪਿੱਛੇ ਗੇਮ ਬੀਜੇਪੀ ਦੀ ਆ ਤੇ ਉਹ ਤੇ ਹਾਰਦੀ ਦਿਖ ਰਹੀ ਆ, ਜੇ ਕਾਂਗਰਸ ਦੀ ਆ ਤੇ ਉਹ ਵੀ ਹਾਰਦੀ ਦਿਖਦੀ ਆ, ਤੇ ਆਪ ਵਾਲੇ ਇੰਨੇ ਜੋਗੇ ਹੈ ਨਹੀਂ ਕਿ ਉਹ ਇਦਾਂ ਦੇ ਸਰਵੇ ਪੈਸੇ ਦੇ ਕੇ ਕਰਵਾ ਲੈਣ। ਤੇ ਫਿਰ ਇਹੀ ਗੱਲ ਹੈ ਨਾ ਵੀ ਆਪਾਂ ਆਮ ਜਿਹੜੀ ਚਰਚਾ ਇਹੀ ਹੈ ਨਾ ਵੀ ਜਿਹੜੀ ਆਪ ਆ ਜਾਂ ਕੇਜਰੀਵਾਲ ਆ, ਉਹ ਵੀ ਸੈਕੰਡ ਟੀਮ ਹੀ ਹੈ ਨਾ ਬੀਜੇਪੀ ਦੀ। ਉਹ ਕਹਿੰਦੇ ਸਾਡਾ ਤਾਂ ਸਾਨੂੰ ਤਾਂ ਲੱਭ ਤਾਂ ਹੈ ਹੀ ਨਹੀਂ, ਸਾਡਾ ਤਾਂ ਗੁਆਚਣਾ ਵੀ ਕੁਛ ਨਹੀਂ, 2 ਸੀਟਾਂ ਅੱਗੇ ਸੀਗੀਆਂ, ਹੁਣ 2 ਤੋਂ 4 ਤਾਂ 4 ਹੋ ਜਾਣਗੀਆਂ। ਵੀ ਚਲੋ ਐਂ ਕਰੋ ਫਿਰ ਇਹਨੂੰ ਆਪ ਵਾਲੇ ਨੂੰ ਥੋੜ੍ਹੀ ਜਿਹੀ ਹਵਾ ਬਣਾ ਦਿਓ, ਅਕਾਲੀ ਦਲ ਬਣਾਈ ਜਾ ਰਿਹਾ। ਇਹ ਤਾਂ ਸਾਫ਼ ਹੈ, ਤੁਸੀਂ ਹੁਣ ਆਪ ਹੀ ਕਹਿੰਦੇ ਨੈਸ਼ਨਲ ਮੀਡੀਆ ਮੰਨਦੇ ਨਹੀਂ, ਇਹ ਤਾਂ ਹਿੰਦੂ ਮੀਡੀਆ ਹੈ ਜਾਂ ਉਹਦਾ ਮੀਡੀਆ ਹੈਗਾ। ਤੇ ਇਹ ਜਿਹੜਾ ਸਰਵੇ ਵੀ ਤਾਂ ਉਹਨਾਂ ਦਾ ਹੀ ਆ ਨਾ, ਇਹਨੂੰ ਵੀ ਆਪਾਂ ਕਿੱਥੇ ਮੰਨਦੇ ਆ, ਇਹ ਵੀ ਬਿਲਕੁਲ ਯਾਨੀ ਕਿ ਠੀਕ ਹੈ ਸਾਰਾ ਕੁਝ। ਤੁਹਾਨੂੰ ਐ ਲੱਗਦਾ ਵੀ ਇਹ ਕਨਸਪੀਰੇਸੀ ਹੈ ਕਿਸ ਤਰ੍ਹਾਂ ਦੀ, ਜਿੱਦਾਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜਦੋਂ ਲੱਗਿਆ ਸੀਗਾ ਅਕਾਲੀ ਦਲ ਨੂੰ ਕਿ ਸਾਡੀ ਗੱਲ ਨਹੀਂ ਬਣਨੀ, ਤੇ ਉਹਨਾਂ ਨੇ ਆਪਣੇ ਜਿਹੜੇ ਪੱਕੇ ਵੋਟਰ ਹੁੰਦੇ ਆ ਉਹਨਾਂ ਨੂੰ ਭੁਗਤਾਤਾ ਸੀ। ਕਾਂਗਰਸ ਵਾਲੇ ਗੱਲ ਹੁਣ ਪ੍ਰੂਵ ਹੋ ਚੁੱਕੀ, ਸਾਰੇ ਲੋਕ ਮੰਨਦੇ ਆ। ਤੇ ਕੀ ਬੀਜੇਪੀ ਵੀ ਇਹੋ ਜਿਹੀ ਗੇਮ ਖੇਡ ਸਕਦੀ ਹੈ ਵੀ ਚਲੋ ਫਿਰ ਨਾ ਕਾਂਗਰਸ ਆਵੇ ਤੇ ਨਾ ਅਕਾਲੀ, ਉਹਨਾਂ ਕੋਲ ਬਦਲਾ ਲੈ ਲਈਏ ਤੇ ਆਪਣੀ ਬੀ ਟੀਮ ਨੂੰ ਅੱਗੇ ਕਰ ਦਈਏ? ਇਦਾਂ ਦੀ ਗੇਮ ਵੀ ਕਿਤੇ ਨਜ਼ਰ ਆਉਂਦੀ ਹੈ, ਲੱਗਦੀ ਹੈ। ਉਹ ਕਹਿੰਦੇ ਹੁਣ ਵੀ ਅਕਾਲੀਆਂ ਨਾਲ ਤਾਂ ਹੁਣ ਸਾਡੀ ਹੋ ਗਈ ਆ, ਤੇ ਚਲੋ ਇਹ ਤਾਂ ਨਾ ਜਾਣ, ਹੁਣ ਚਾਂਸ ਤਾਂ ਹੈਗੇ ਹੀ ਆ ਨਾ ਵੀ ਮੁਕਾਬਲਾ ਅਕਾਲੀ ਤੇ ਕਾਂਗਰਸ ਦਾ ਹੀ ਆ ਇਸ ਵੇਲੇ ਤੱਕ। ਤੇ ਅਕਾਲੀਆਂ ਦਾ ਹਵਾ ਵੀ ਬਣ ਗਏ ਸੀਗੇ, ਚੱਲ ਪਈ ਸੀਗੀ। ਪਰ ਬਹੁਤੇ ਪੱਤਰਕਾਰ ਆਪ ਦਾ ਇੱਕ ਗੱਲ ਆ, ਆਪ ਆ ਜਿਹੜੀ ਪਾਰਟੀ, ਆਪਾਂ ਉਹਨਾਂ ਨੂੰ ਇੰਨਾ ਇਗਨੋਰ ਵੀ ਨਹੀਂ ਕਰ ਸਕਦੇ ਗੇ, ਅੰਡਰਮਾਈਨ ਨਹੀਂ ਕਰ ਸਕਦੇ, ਸਟੇਟਮੈਂਟ ਨਹੀਂ ਦੇ ਸਕਦੇ। ਉਹ ਲਿਜਾਣਗੇ, ਜ਼ਰੂਰ ਲਿਜਾਣਗੇ। ਪਰ 57 ਬੰਦੇ, 57 ਬਾਈਆਂ, ਮੈਨੂੰ ਤਾਂ ਲੱਗਦਾ ਬਾਈਆਂ ਤੋਂ 25 ਨਹੀਂ ਹੋਣੇ ਉਹਨਾਂ ਤੋਂ। ਅੱਛਾ, ਪਰ ਜਿਹੜੇ ਜਰਨਲਿਸਟ ਨੇ ਜੀ, ਬਹੁਤ ਸਾਰੇ ਜਰਨਲਿਸਟ ਉਹ ਤੇ ਅੱਜ ਵੀ ਕਹਿੰਦੇ ਨੇ ਕਿ ਜਿਹੜਾ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਸੀ ਉਹ ਵਿਖਾਵੇ ਦੇ ਤੌਰ ਤੇ ਟੁੱਟਾ ਆ। ਜਿਹੜਾ ਉਹ 9 ਮਾਸ ਦਾ ਰਿਸ਼ਤਾ ਬਾਦਲ ਜੀ ਕਹਿੰਦੇ ਹੁੰਦੇ ਸੀ, ਉਹ ਅੰਦਰ ਖਾਤੇ ਅਜੇ ਵੀ ਚੱਲ ਰਿਹਾ। ਵੇਖੋ ਜੀ, ਅੰਦਰ ਖਾਤੇ ਜੀ ਜਿਹੜਾ ਹਿਡਨ ਆ ਉਹਦੀ ਬਾਬਤ ਆਪਾਂ ਕੀ ਗੱਲ ਕਰਨੀ ਆ, ਉਹ ਤਾਂ ਐਵੇਂ ਕਿਆਸ ਰਾਈਆਂ ਹੀ ਨਾ। ਆਪਾਂ ਜਿਹੜੀ ਆਪਾਂ ਨੂੰ ਦਿਸਦਾ ਜਿਹੜਾ ਦ੍ਰਿਸ਼ਟ ਆਪਾਂ ਤਾਂ ਉਨੀ ਗੱਲ ਕਰ ਸਕਦੇ ਵੀ ਹਾਂ ਸਾਨੂੰ ਇੱਥੋਂ ਤੱਕ ਲੱਗਦਾ ਹੈਗਾ। ਉਹ ਹੁਣ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਸਮਝੌਤਾ ਬਣੂਗਾ, ਛੇਤੀ ਹੋਊਗਾ। ਜੇ ਤੱਕ ਕਿਸਾਨ ਅੰਦੋਲਨ ਚੱਲੂਗਾ, ਜਿੰਨਾ ਚਿਰ ਉਹ ਚੱਲਦਾ ਉਹਨਾਂ ਚਿਰ ਕੋਈ ਸਮਝੌਤਾ ਨਹੀਂ ਹੋ ਸਕਦਾ ਉਹਨਾਂ ਦਾ। ਜੇ ਹੋਊਗਾ ਤਾਂ ਫਿਰ ਉਹਨਾਂ ਨੇ ਦੱਸੋ ਆਪਦਾ ਵਿਗਾੜਨਾ, ਉਹਨਾਂ ਨੇ ਸਮਝੌਤਾ ਕਰਕੇ ਬੀਜੇਪੀ ਨਾਲ। ਅੱਛਾ, ਜਿਹੜਾ ਸਮਝੌਤਾ ਮਾਇਆਵਤੀ ਦੀ ਪਾਰਟੀ ਨਾਲ ਕੀਤਾ ਅਕਾਲੀਆਂ ਨੇ, ਉਹਦੇ ਵਿੱਚ ਵੀ ਕਹਿੰਦੇ ਖਟਾਸ ਪੈਦਾ ਹੋ ਰਹੀ ਹੈ। ਹੋ ਸਕਦਾ ਹੈ ਸਮਝੌਤਾ ਇਲੈਕਸ਼ਨ ਤੋਂ ਪਹਿਲਾਂ ਹੀ ਟੁੱਟ ਜੇ। ਸਰ ਜੀ, ਉਸ ਸਮਝੌਤੇ ਨਾਲ ਕਿੰਨੀ ਇਹਨਾਂ ਨੂੰ ਇੰਟੈਂਸਿਟੀ ਮਿਲਣੀ ਸੀ, ਤੀਬਰਤਾ ਮਿਲਣੀ ਵੋਟ ਬੈਂਕ ਦੀ। ਉਹ ਤਾਂ ਇੱਕ ਐਂ ਸੀ ਵੀ ਸੁਰਖੀ ਵਿੱਚ ਆਉਣ ਵਾਸਤੇ ਆਪਦੀ ਮੁਹਿੰਮ ਨੂੰ ਸ਼ੁਰੂ ਕਰਨਾ ਸੀਗਾ, ਉਹਨਾਂ ਨੇ ਕਰ ਲਿਆ। ਉਹ ਅੱਗੇ ਵੀ ਤਾਂ BSP ਉਹਨਾਂ ਨਾਲ ਹੀ ਹੁੰਦੀ ਰਹੀ ਹੈ, ਉਹਨਾਂ ਦੇ ਸਾਥ ਵਿੱਚ ਹੀ ਰਹੀ ਹੈ। ਸੋ ਗਜਨਵਾਲਾ ਜੀ, ਸਮਾਂ ਆਪਣਾ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਦੂਜੇ ਪ੍ਰੋਗਰਾਮ ਲਈ ਜਾਣਾ ਦੀ ਤਿਆਰੀ ਕਰ ਰਹੇ ਹਾਂ, ਤੇ ਤੁਹਾਡਾ ਬਹੁਤ ਧੰਨਵਾਦ। ਤੁਸੀਂ ਹਰ ਹਫ਼ਤੇ ਦੀ ਤਰ੍ਹਾਂ ਆ ਕੇ ਸਾਨੂੰ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਆ ਉਹਨਾਂ ਬਾਰੇ ਜਾਣਕਾਰੀ ਦਿੱਤੀ ਆ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਗਿੱਲ ਸਾਹਿਬ, ਧੰਨਵਾਦ ਜੀ। ਓਕੇ ਸਰ, ਥੈਂਕ ਯੂ।